नमस्कार, आदाब, सत श्री अकाल। इस खास प्रोग्राम में एक बार फिर से मैं मनमुख शर्मा आप सबका इस्तकबाल करता हूं। बहबल कलां गोलीबारी मामले ने एक बार फिर से करवट ली है। अमृतसर नॉर्थ के एमएलए कुंवर विजय प्रताप सिंह ने एक चिट्ठी लिखी है आईजी फरीदकोट रेंज को, जिसमें उन्होंने दोबारा इस बात का इजहार किया है कि इस केस में इन्वेस्टिगेशन आगे पहुंच नहीं पा रहा है। तो उसमें जो है आप कह सकते हैं कि अपने सरकार के खिलाफ ही जो है उन्होंने इख्तलाफ जाहिर किया है। अभी 2 हफ्ते पहले भी जब पंजाब के एक नए एडवोकेट जनरल अपॉइंट हुए, उस टाइम पे भी उन्होंने इसकी तनकीद की थी। उन्होंने कहा था कि उस केस में एक आरोपी को उन्होंने रिप्रेजेंट किया था, तो इसीलिए हो सकता है बहुत काबिल हो, लेकिन फिर भी यहाँ पे शायद ये अच्छी बात नहीं है कि उनको अपॉइंट किया गया है। इसके इर्द गिर्द क्या सियासत हो रही है और इसके असरात क्या होंगे पंजाब पॉलिटिक्स पर, इस पर बड़े तफसील में बात करने के लिए एक बार फिर से मेरे साथ जुड़े हैं मेरे सहयोगी रितेश लकी साहब। रितेश जी, आपका बहुत बहुत स्वागत है। शुक्रिया मन जी। तो एक और बार कुंवर विजय प्रताप सुर्खियों में है, फिर से अपने गवर्नमेंट के ख़िलाफ़ उन्होंने चिट्ठी लिख दी है, बयानबाजी भी हुई है वहाँ पर। क्या लग रहा है, ये क्या कोशिश हो रही है उनको साइडलाइन किया जाए? उनको शायद फील हो रहा है ਸਾਈਡਲਾਈਨ ਤਾਂ ਹੋ ਹੀ ਚੁੱਕੇ ਨੇ, ਲੇਕਿਨ ਇਹ ਮਾਮਲਾ ਥੋੜਾ ਜ਼ਿਆਦਾ ਗੰਭੀਰ ਹੈ। ਜਿਹੜੀ 11 ਅਕਤੂਬਰ ਦੀ ਚਿੱਠੀ ਦਾ ਜ਼ਿਕਰ ਤੁਸੀਂ ਕੀਤਾ ਹੈ, ਉਹ ਬਹੁਤ ਇੰਪੋਰਟੈਂਟ ਚਿੱਠੀ ਹੈ। ਉਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਬਹਿਬਲ ਕਲਾਂ ਗੋਲੀ ਜਿਹੜਾ ਕਾਂਡ ਹੋਇਆ ਸੀ, 2 ਵਿਅਕਤੀ ਮਾਰੇ ਗਏ ਸੀਗੇ ਇਸ ਦੇ ਵਿੱਚ। ਤਾਂ ਇਸ ਗੋਲੀ ਕਾਂਡ ਦੇ ਮਾਮਲੇ ਦੇ ਜਿਸ ਨੂੰ ਲੈ ਕੇ ਰਾਜਨੀਤੀ ਬਹੁਤ ਹੋਈ ਤੇ ਬਹੁਤ ਹੀ ਸੀਰੀਅਸ ਕੇਸ ਸੀ, ਕਿਉਂਕਿ ਕੈਜੂਅਲਟੀ ਜਿੰਨਾ ਵੀ ਬੇਅਦਬੀ ਦੇ ਨਾਲ ਜੁੜੇ ਹੋਏ 2015 ਦੇ ਮਾਮਲੇ ਹੈਗੇ ਨੇ। ਜੂਨ ਤੋਂ ਅਕਤੂਬਰ 2015 ਤੱਕ ਬੇਅਦਬੀ ਦੀਆਂ 2 ਘਟਨਾਵਾਂ ਹੋਈਆਂ ਵੱਡੀਆਂ। ਉਸ ਤੋਂ ਬਾਅਦ ਲੋਕਾਂ ਨੇ ਪ੍ਰੋਟੈਸਟ ਜਦੋਂ ਸ਼ੁਰੂ ਕੀਤਾ ਤਾਂ ਫਿਰ ਇੱਕ ਚੌਂਕ ਦੇ ਵਿੱਚ ਧਰਨਾ ਚੁੱਕਣ ਲਈ ਪੁਲਿਸ ਨੇ ਤਾਕਤ ਦਾ ਪ੍ਰਯੋਗ ਕੀਤਾ, ਬਲ ਪ੍ਰਯੋਗ। ਉਸ ਦੌਰਾਨ ਵੀ ਕਾਫੀ ਝੜਪਾਂ ਹੋਈਆਂ, ਹਿੰਸਾ ਹੋਈ। ਉਸ ਤੋਂ ਬਾਅਦ ਥੋੜ੍ਹੀ ਹੀ ਦੂਰ ਕੁਝ ਕਿਲੋਮੀਟਰ ਦੇ ਉੱਤੇ ਬਹਿਬਲ ਕਲਾਂ ਪਿੰਡ ਪੈਂਦਾ, ਜਿੱਥੇ ਇੱਕ ਹੋਰ ਛੋਟਾ ਧਰਨਾ ਲੱਗਾ ਹੋਇਆ ਸੀ। ਉਸ ਧਰਨੇ ਨੂੰ ਚੁਕਾਉਣ ਗਏ ਕੁਝ ਅਫਸਰ, ਉੱਥੋਂ ਦੇ ਪ੍ਰਦਰਸ਼ਨਕਾਰੀਆਂ ਦੇ ਨਾਲ ਖਹਿਬੜ ਪਏ। ਪ੍ਰਦਰਸ਼ਨਕਾਰੀ ਵੀ ਥੋੜ੍ਹੇ ਜਿਹੇ ਆਕਰਾਮਕ ਹੋ ਗਏ, ਹਿੰਸਕ ਹੋ ਗਏ, ਤੇ ਫਿਰ ਆਪਸ ਦੇ ਵਿੱਚ ਕਲੈਸ਼ ਹੋਇਆ, ਗੋਲੀਬਾਰੀ ਹੋਈ। AK-47 ਦਾ ਬਸਟ ਲੱਗਾ ਤੇ 2 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। ਕਿਉਂਕਿ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਤੇ ਇਸ ਮੌਤ ਦੀ ਵਜ੍ਹਾ ਨਾਲ ਮਾਮਲਾ ਬਹੁਤ ਵੱਧ ਗਿਆ। ਕਿਉਂਕਿ ਜੇ 2 ਮੌਤਾਂ ਨਾ ਹੁੰਦੀਆਂ, ਲੈਟਸ ਅਸਿਊਮ ਕਿ ਕਿਉਂਕਿ ਉਸ ਤੋਂ ਪਹਿਲਾਂ ਕੋਟਕਪੂਰੇ ਵਿਖੇ ਇੱਕ ਬਹੁਤ ਵੱਡਾ ਜਮਾਵੜਾ ਸੀ, ਜਿਸ ਨੂੰ ਇਕੱਠਾ ਕਰਨ ਲਈ ਜਾਂ ਜਿਹਨੂੰ ਚੁੱਕਣ ਲਈ ਪੁਲਿਸ ਨੇ ਬਲ ਪ੍ਰਯੋਗ ਵੀ ਕੀਤਾ ਤੇ ਬੜੇ ਉਸ ਨੂੰ ਅੱਧੇ ਘੰਟੇ ਦੇ ਵਿੱਚ ਧਰਨਾ ਚੁੱਕ ਲਿਆ ਗਿਆ ਸੀ। ਕੋਈ ਕੈਜੂਅਲਟੀ ਨਹੀਂ ਹੋਈ। ਹਾਲਾਂਕਿ ਗੋਲੀ ਉੱਥੇ ਵੀ ਚੱਲੀ, ਲੇਕਿਨ ਉੱਥੇ ਕੈਜੂਅਲਟੀ ਨਹੀਂ ਹੋਈ, ਜਦੋਂ ਕਿ ਬਹੁਤ ਵੱਡੇ ਸਕੇਲ ਦੇ ਉੱਥੇ ਵਾਇਲੈਂਸ ਹੋ ਸਕਦੀ ਸੀ, ਜੋ ਕਿ ਵਾਇਲੈਂਸ ਤਾਂ ਹੋਈ। ਸਭ ਕੁਝ ਮਾਰ ਕੁੱਟ, ਪੁਲਿਸ ਵਾਲੇ ਫੱਟੜ ਹੋਏ, ਪ੍ਰਦਰਸ਼ਨਕਾਰੀਆਂ ਨੂੰ ਵੀ ਸੱਟਾਂ ਵੱਜੀਆਂ। ਲੇਕਿਨ ਬਹਿਬਲ ਕਲਾਂ ਕਿਉਂਕਿ ਕੈਜੂਅਲਟੀ ਹੋ ਗਈ, ਉਸ ਤੋਂ ਬਾਅਦ ਮਾਮਲਾ ਐਡਾ ਵੱਧ ਗਿਆ। ਇਹ ਚੀਜ਼ ਅਕਾਲੀ ਦਲ ਦੇ ਕੰਟਰੋਲ ਤੋਂ ਬਾਹਰ ਹੋ ਗਈ। ਅਕਾਲੀ ਦਲ ਦੀ ਗਵਰਨਮੈਂਟ ਸੀ ਉਸ ਵਕਤ, ਐਂਡ ਉਹ ਚੀਜ਼ ਅੱਜ ਤੱਕ ਅਕਾਲੀ ਦਲ ਉਸਦਾ ਜਿਹੜਾ ਸਿਆਸੀ ਖਾਮਿਆਜ਼ਾ ਭੁਗਤਦਾ ਪਿਆ। ਲੇਕਿਨ ਮਾਮਲਾ ਜਿਹੜਾ ਬਹਿਬਲ ਕਲਾਂ ਦਾ ਸਭ ਤੋਂ ਇੰਪੋਰਟੈਂਟ ਹੈ। ਹੁਣ ਆ ਜਿਹੜੀ ਪਿੱਛੇ ਚਿੱਠੀ ਆਪਾਂ ਵੇਖ ਰਹੇ ਹਾਂ 11 ਅਕਤੂਬਰ ਦੀ ਲਿਖੀ ਹੋਈ, ਇਹਦੇ ਵਿੱਚ ਤਾਂ ਸਾਫ਼ ਹੀ ਕੁੰਵਰ ਵਿਜੇ ਪ੍ਰਤਾਪ ਨੇ ਕਹਿ ਦਿੱਤਾ। ਉਹ ਕਹਿੰਦੇ ਨੇ ਕਿ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਖੁਦ ਇਸ SIT ਨੂੰ ਹੈਡ ਕਰਦੇ ਸੀ। ਹੈਡ ਨਹੀਂ, ਇਸ SIT ਦਾ ਹਿੱਸਾ ਸੀ। 5 ਮੈਂਬਰ ਦੀ SIT ਸੀ। ਕੁੰਵਰ ਵਿਜੇ ਪ੍ਰਤਾਪ ਵਾਸ ਵਨ ਆਫ them। ਤੇ ਉਹ 2 ਮਾਮਲਿਆਂ ਦੀ ਜਾਂਚ ਕਰ ਰਹੇ ਸੀ, ਕੋਟਕਪੂਰਾ ਤੇ ਬਹਿਬਲ ਕਲਾਂ। ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਆਪਣੀ SIT ਸੀ, ਉਸ ਨੂੰ ਹਾਈ ਕੋਰਟ ਨੇ ਭੰਗ ਕਰਤਾ ਸੀ 2021 ਦੇ ਵਿੱਚ, ਅਪ੍ਰੈਲ 2021 ਦੇ ਵਿੱਚ। ਸੋ ਉਸ ਤੋਂ ਬਾਅਦ ਨਵਾਂ ਸਿੱਟ ਦੇ ਮੁਖੀ ਲਾਏ ਗਏ ਨੌਨਿਹਾਲ ਸਿੰਘ, ਜਿਨ੍ਹਾਂ ਦੀ ਤਸਵੀਰ ਆਪਾਂ ਵੇਖੀ ਹੈ ਪਿੱਛੇ। ਸੋ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਨਵੀਂ ਸਿੱਟ ਨੇ ਕੁਝ ਵੀ ਨਹੀਂ ਕੀਤਾ। ਜਿੱਥੇ ਕੁੰਵਰ ਵਿਜੇ ਪ੍ਰਤਾਪ ਕੇਸ ਦੀ ਪੜਤਾਲ ਛੱਡ ਕੇ ਗਏ ਸੀ, ਉੱਥੇ ਖੜੀ ਹੈ। ਲੇਕਿਨ ਉਹ ਜਿਹੜੇ ਡਾਕੂਮੈਂਟਸ ਹੈਗੇ ਨੇ, ਜਿਹੜੇ ਵੀ ਉਹਨਾਂ ਨੇ ਚਲਾਨ, 4 ਅਲੱਗ-ਅਲੱਗ ਚਾਰਜਸ਼ੀਟਾਂ ਜਾਂ ਚਲਾਨ ਪੇਸ਼ ਕੀਤੇ, ਕੁੰਵਰ ਵਿਜੇ ਪ੍ਰਤਾਪ ਦੇ ਸਮੇਂ ਹੀ ਪੇਸ਼ ਹੋਏ। ਉਸ ਤੋਂ ਬਾਅਦ ਇੱਕ ਵੀ ਹੋਰ ਸਪਲੀਮੈਂਟਰੀ ਚਾਰਜਸ਼ੀਟ ਜਾਂ ਚਲਾਨ ਪੇਸ਼ ਨਹੀਂ ਹੋਇਆ। ਇਟ ਮੀਨਸ ਕਿ ਜਿਹੜੀ ਨਵਾਂ ਸਿੱਟ ਦਾ ਮੁਖੀ ਜਾਂ ਨਵੀਂ ਸਿੱਟ ਸੀ, ਉਸਨੇ ਕੋਈ ਕੰਮ ਨਹੀਂ ਕੀਤਾ। ਇੱਕ ਤਾਂ ਉਹਨਾਂ ਦਾ ਇਹ ਹੈ। ਦੂਸਰਾ, ਜਦੋਂ ਚਾਰਜਸ਼ੀਟ ਦਾਇਰ ਹੋ ਗਈ ਤਾਂ ਫਿਰ ਮੁਕੱਦਮਾ ਸ਼ੁਰੂ ਹੋ ਜਾਂਦਾ, ਟ੍ਰਾਇਲ ਸ਼ੁਰੂ ਹੋ ਜਾਂਦਾ ਹੈ। ਹੁਣ ਕੁੰਵਰ ਵਿਜੇ ਪ੍ਰਤਾਪ ਬੜੀ ਸੀਰੀਅਸ ਗੱਲ ਇਹ ਕਹਿ ਰਹੇ ਨੇ ਕਿ ਕੁਝ ਵਿਟਨੈਸਿਸ ਜੋ ਕਿ ਪਹਿਲਾਂ ਇਸ ਕੇਸ ਦੇ ਵਿੱਚ ਆਪਣੀਆਂ ਗਵਾਹੀਆਂ ਦੇ ਚੁੱਕੇ ਨੇ ਪੁਲਿਸ ਕੋਲ, ਉਹਨਾਂ ਨੇ ਇਸ ਸਾਲ ਜੂਨ ਦੇ ਵਿੱਚ ਆ ਕੇ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ ਕਿ ਅਸੀਂ ਆਪਣੇ 161 CRPC ਦੇ ਬਿਆਨ ਬਦਲਨੇ ਨੇ, ਜਿਸ ਦੇ ਵਿੱਚ ਸੁਖਰਾਜ ਸਿੰਘ ਵੀ ਸ਼ਾਮਲ ਹੈਗੇ ਨੇ, ਉਹਨਾਂ ਦੇ ਨਾਲ ਹੋਰ ਵਿਟਨੈਸਿਸ ਨੇ। ਹੁਣ ਸੁਖਰਾਜ ਸਿੰਘ ਕੌਣ ਹੈ? ਇਸ ਘਟਨਾ ਦੇ ਵਿੱਚ ਮਾਰਿਆ ਗਿਆ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਇਹ 2 ਵਿਅਕਤੀ ਮਾਰੇ ਗਏ ਸੀਗੇ। ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਨੇ ਸੁਖਰਾਜ ਸਿੰਘ। ਸੋ ਉਹ ਹੁਣ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਆ, ਜਿਨ੍ਹਾਂ ਦੀ ਤਸਵੀਰ ਆਪਾਂ ਪਿੱਛੇ ਵੇਖ ਰਹੇ ਹਾਂ। ਉਹਨਾਂ ਨੇ ਕੁਝ ਇਤਰਾਜ਼ ਜ਼ਾਹਰ ਕੀਤੇ ਨੇ। ਉਹਨਾਂ ਨੂੰ ਇਹ ਪ੍ਰੋਬਲਮ ਹੈ ਕੁੰਵਰ ਵਿਜੇ ਪ੍ਰਤਾਪ ਨੇ ਕੁਝ ਐਸੇ ਲੋਕਾਂ ਨੂੰ ਇਸ ਕੇਸ ਦੇ ਵਿੱਚ ਅਪਰੂਵਰ ਬਣਾ ਲਿਆ ਹੈ ਜੋ ਕਿ ਪੁਲਿਸ ਡਿਪਾਰਟਮੈਂਟ ਦੇ ਅਫਸਰ ਸਨ, ਕਰਮਚਾਰੀ ਸਨ, ਤੇ ਉਹ ਕੇਸ ਨੂੰ ਕਮਜ਼ੋਰ ਨਾ ਕਰ ਦੇਣ। ਇਹ ਡਰ ਹੋ ਸਕਦਾ ਹੈ। ਸੋ ਹੁਣ ਉਹ ਜਿਹੜੇ ਕਿਤੇ ਤਾਂ ਮੁੱਦਈ ਇਕੱਠੇ ਖੜੇ ਸੀ, ਕੁੰਵਰ ਵਿਜੇ ਪ੍ਰਤਾਪ ਦੇ ਨਾਲ ਖੜੇ ਸੀ,
ਹੁਣ ਕੁੰਵਰ ਵਿਜੇ ਪ੍ਰਤਾਪ ਦੀ ਹੀ ਇਨਵੈਸਟੀਗੇਸ਼ਨ ਨੂੰ ਇੱਕ ਤਰੀਕੇ ਦਾ ਚੈਲੰਜ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਕੁੰਵਰ ਵਿਜੇ ਪ੍ਰਤਾਪ ਲਈ ਇੱਕ ਦੁਵਿਧਾ ਦੀ ਸਥਿਤੀ ਹੋ ਗਈ ਕਿ ਇੱਕ ਪਾਸੇ ਤਾਂ ਉਹਨਾਂ ਨੂੰ ਕੋਈ ਸਪੋਰਟ ਗਵਰਨਮੈਂਟ ਤੋਂ ਮਿਲ ਨਹੀਂ ਰਹੀ ਹੈ, ਨਾ ਤਾਂ ਮੁੱਖ ਮੰਤਰੀ ਉਹਨਾਂ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਨੇ ਇਲਜ਼ਾਮ ਲਾਏ, ਉਹਨਾਂ ਨੇ ਕਿਹਾ ਕਿ ਤੁਸੀਂ ਤਫਤੀਸ਼ਾਂ ਨੂੰ ਕਹੋ, ਕਿਉਂਕਿ ਉਹਨਾਂ ਨੇ ਖੁਦ ਇਸ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਹੈ। ਜਦੋਂ ਇੱਕ ਆਫੀਸਰ ਇਨਵੈਸਟੀਗੇਸ਼ਨ ਦੇ ਨਾਲ ਜੁੜਿਆ ਰਿਹਾ ਹੋਵੇ, ਉਹਦੀ ਫਰਸਟ੍ਰੇਸ਼ਨ ਹੋਣੀ ਸੁਭਾਵਿਕ ਹੈ ਨਾ। ਉਹ ਮਹਿਸੂਸ ਕਰੇਗਾ ਕਿ ਮੈਂ ਇਨਵੈਸਟੀਗੇਸ਼ਨ ਕੀਤੀ, ਮੈਂ 4 ਚਲਾਨ ਤੇ 4 ਸ਼ੀਟਾਂ ਫਾਈਲ ਕੀਤੀਆਂ, ਕੇਸ ਨੂੰ ਇਸ ਲੈਵਲ ਤੱਕ ਲਿਆਇਆ, ਹੁਣ ਤੁਸੀਂ ਅਦਾਲਤ ਦੇ ਵਿੱਚ ਮੁਕੱਦਮਾ ਪਹੁੰਚ ਚੁੱਕਾ ਹੈ। ਉਸ ਤੋਂ ਪਹਿਲਾਂ ਜਿਹੜੇ ਗਵਾਹ ਹੈਗੇ ਨੇ ਕਹਿੰਦੇ ਜੀ ਅਸੀਂ ਆਪਣੇ ਬਿਆਨ ਚੇਂਜ ਕਰਨੇ ਨੇ, ਜਦੋਂ ਕਿ ਉਹ ਕਹਿੰਦੇ ਵੀ ਬਿਆਨ ਚੇਂਜ ਕਰਨ ਦਾ ਤਾਂ ਕੋਈ ਕਾਨੂੰਨੀ ਮਤਲਬ ਕਾਨੂੰਨ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈ। ਤੁਸੀਂ ਅਦਾਲਤ ਦੇ ਵਿੱਚ ਪਹੁੰਚ ਚੁੱਕੇ ਹੋ, ਅਦਾਲਤ ਦੇ ਵਿੱਚ ਖੜੇ ਹੋ, ਤੁਸੀਂ ਉੱਥੇ ਆਪਣੇ ਗਵਾਹ ਬਿਆਨਾਂ ਤੋਂ ਮੁਕਰ ਸਕਦੇ ਹੋ। ਤੁਸੀਂ 161 ਤੋਂ ਬਾਅਦ ਹੁੰਦਾ 164 CRPC ਵਿਚ ਇਜ਼ ਦ ਸਟੇਟਮੈਂਟ ਦੈਟ ਯੂ ਗਿਵ ਇਨ ਫਰੰਟ ਆਫ ਦ ਮੈਜਿਸਟ੍ਰੇਟ ਔਰ ਡਿਊਰਿੰਗ ਦ ਐਗਜ਼ਾਮੀਨੇਸ਼ਨ, ਰੀ ਐਗਜ਼ਾਮੀਨੇਸ਼ਨ, ਕ੍ਰਾਸ ਐਗਜ਼ਾਮੀਨੇਸ਼ਨ। ਤੇ ਇਸ ਚਿੱਠੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਤੁਸੀਂ ਉਸ ਸਟੇਜ ਦੇ ਉੱਤੇ ਜਾ ਕੇ ਜੋ ਕਹਿਣਾ ਕਹੋ, ਆਪਣੀ ਜੇ ਤੁਹਾਨੂੰ ਲੱਗਾ ਵੀ ਤੁਸੀਂ ਪਹਿਲਾਂ ਗਲਤ ਬਿਆਨ ਦਿੱਤੇ ਨੇ ਤੇ ਉਹ ਬਦਲ ਸਕਦੇ ਹੋ ਤੁਸੀਂ, ਲੇਕਿਨ ਤੁਸੀਂ ਕਹੋ ਜੀ ਅਸੀਂ ਨਵੇਂ 161 ਸੀ। ਉਹ ਇਹ ਚੀਜ਼ਾਂ ਨੂੰ ਚੈਲੰਜ ਕਰਦੇ ਪਏ ਨੇ। ਕੁੰਵਰ ਵਿਜੇ ਪ੍ਰਤਾਪ ਨੂੰ ਕੁਝ ਹੱਦ ਤੱਕ ਲੱਗ ਰਿਹਾ ਹੈ, ਤੇ ਇਹ ਚੀਜ਼ ਫੈਕਟ ਵੀ ਹੋ ਸਕਦੀ ਹੈ ਕਿ ਜਿਹੜੇ ਲੋਕ ਇਸ ਵਕਤ, ਉਹ ਲੋਕ ਜੋ ਕਿ ਚਸ਼ਮਦੀਦ ਹੈ, ਵਿਟਨੈਸਿਸ ਹੈਗੇ ਨੇ, ਕਿਉਂਕਿ ਇਹਦੀ ਕੋਈ ਘਟਨਾ ਦੀ ਕੋਈ ਵੀਡੀਓ ਫੁਟੇਜ ਨਹੀਂ ਸਾਹਮਣੇ ਆਈ, ਕੰਟਰਰੀ ਟੂ ਵਾਟ ਹੈਪਨਡ ਇਨ ਕੋਟਕਪੂਰਾ। ਉੱਥੇ CCTV ਕੈਮਰਾਜ਼ ਵੀ ਮੌਜੂਦ ਸਨ, ਬਾਅਦ ਦੇ ਵਿੱਚ ਉਹ ਵੀਡੀਓਜ਼ ਰਿਲੀਜ਼ ਹੋਈਆਂ, ਉਹ ਤਸਵੀਰਾਂ ਵੀਡੀਓ ਨਸ਼ਰ ਹੋਈ ਕਿਵੇਂ ਵਾਟ ਵਾਸ ਦ ਸੀਕੁਐਂਸ ਆਫ ਇਵੈਂਟਸ, ਲੇਕਿਨ ਬਹਿਬਲ ਕਲਾਂ ਦੇ ਵਿੱਚ ਕੁਝ ਸਾਹਮਣੇ ਨਹੀਂ ਆਇਆ। ਸੋ ਬਹੁਤ ਘੱਟ ਵੀਡੀਓ ਐਵੀਡੈਂਸ ਅਵੇਲੇਬਲ ਹੈ। ਸਾਰੀ ਚੀਜ਼ ਆਈ ਵਿਟਨੈਸ ਅਕਾਊਂਟ ਦੇ ਉੱਤੇ ਬੇਸਡ ਹੈ। ਹੁਣ ਉਹ ਆਈ ਵਿਟਨੈਸਿਸ ਕਹਿ ਰਹੇ ਨੇ ਅਸੀਂ ਆਪਣੇ ਬਿਆਨ ਬਦਲਨੇ ਨੇ। ਕੁੰਵਰ ਵਿਜੇ ਪ੍ਰਤਾਪ ਨੂੰ ਡਰ ਹੈ ਕਿ ਉਹ ਬਿਆਨ ਕੀ ਬਦਲਣਗੇ, ਤੇ ਜੇ ਉਹ ਬਿਆਨ ਬਦਲ ਕੇ ਕੁਝ ਅਜਿਹੇ ਬਿਆਨ ਦੇ ਦਿੰਦੇ ਨੇ ਜੋ ਬਾਅਦ ਦੇ ਵਿੱਚ ਮੁਲਜ਼ਮ ਪੱਖ ਨੂੰ ਯਾਨੀ ਕਿ ਅਕਿਊਜ਼ ਨੂੰ ਫੇਵਰ ਦੇਣਗੇ, दैट विल बी ट्रबल। सो आ रहा है। अभी हमने हाल ही में जैसे देखे हैं बहुत से ऐसे केसेस हुए हैं इंडिया में कि सालों साल चले, लेकिन उसके बाद गवाह या तो पलट गए या फिर जो है प्रोसिक्यूशन अपना केस ढंग से नहीं आगे बढ़ा पाया। जैसे ये निठारी कांड में हमने देखा कि 2 अक्यूज जो हैं इतने सालों बाद इतना कंट्रोवर्सी छूट गए मनिंदरपाल सिंह पंडेर ते सुरेंद्र कोहली, हालांकि जी मनिंदरपाल पंडेर, बिकॉज आई कवर्ड दैट केस आल्सो, सो वो छूट गए ने। इंटरेस्टिंग है, इतने संगीन इल्जामात थे एक टाइम पे, तो डेथ पेनल्टी, सीरियल किलर्स, निठारी दे किलर्स, पता नहीं की कुछ उस वक्त होया सी। हाँ, तो उसके साथ ही साथ जैसे अब इस मामले को भी अब 8 साल हो चुके हैं और कांग्रेस की गवर्नमेंट थी 5 साल, कैप्टन अमरिंदर सिंह इसी प्लान पे आए थे कि भाई हम जो है एक लॉजिकल कंक्लूजन तक पहुंचाएंगे, वो हुआ नहीं। अब आम आदमी पार्टी की सरकार भी है, काफ़ी टाइम से हो गई है अभी, लेकिन इस मामले में दोनों ही गवर्नमेंट्स ने कोई सीरियसनेस फिलहाल नहीं, इस गवर्नमेंट ने अभी तक नहीं दिखाया है। तो क्या आपको लग रहा है कि एक इंटरनली भी शायद एक थोड़ा उनका लग रहा है कि बहुत ज़्यादा सेंसिटिव मामला है, इसमें आगे बात ना बढ़े तो शायद क्या ऐसा हो सकता है? बिल्कुल है। ਤੁਸੀਂ ਦੇਖੋ ਨਾ 3 ਸਰਕਾਰਾਂ ਬਦਲ ਗਈਆਂ ਨੇ। ਅਕਾਲੀ ਦਲ ਦੀ ਸਰਕਾਰ ਸੀ, ਬਹਿਬਲ ਕਲਾਂ ਗੋਲੀ ਚੱਲੀ, ਉਹਨਾਂ ਦੀ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਵਾਸ ਦਾ ਚੀਫ ਮਿਨਿਸਟਰ, ਸੁਬੇਜ ਸਿੰਘ ਸੈਣੀ ਵਾਸ ਦਾ DGP who was considered to be a blue-eyed boy of ਸੁਖਬੀਰ ਸਿੰਘ ਬਾਦਲ and this and all that। ਸੋ ਉਹਨਾਂ ਨੇ ਤਾਂ ਕੀ ਇਨਸਾਫ ਦੇਣਾ ਸੀ? ਇਨਸਾਫ ਕੀ ਜੇ ਚਾਹੁੰਦੇ ਤਾਂ ਉਹਨਾਂ ਨੂੰ ਉਸੇ ਵਕਤ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਜਦੋਂ ਗੋਲੀ ਚੱਲ ਗਈ ਸੀ, ਦੋਸ਼ੀ ਅਫਸਰਾਂ ਦੇ ਖਿਲਾਫ ਪਿੱਛੇ ਚਰਨਜੀਤ ਸ਼ਰਮਾ ASSP ਜਿਹੜੇ ਸੀ ਉਸ ਮੌਕੇ ਤੇ ਜਾਂਦੇ ਨੇ, ਇਹਨਾਂ ਦੇ ਨਾਲ ਉਹ ਪੂਰੀ ਦੀ ਪੂਰੀ ਘਟਨਾ ਹੁੰਦੀ ਹੈ ਜਿੱਥੇ ਕਿ ਜਿਹੜੀ ਭੀੜ ਹਿੰਸਕ ਹੋ ਜਾਂਦੀ ਹੈ। ਹੁਣ ਤਦ ਤੱਕ ਧਰਨਾ ਬਹੁਤ ਸ਼ਾਂਤਮਈ ਚੱਲਦਾ ਪਿਆ ਸੀ ਟਿਲ ਦ ਟਾਈਮ ਚਰਨਜੀਤ ਸ਼ਰਮਾ ਰੀਚ ਦ ਸਪੌਟ। ਇਹ ਕੋਟਕਪੂਰੇ ਦਾ ਧਰਨਾ ਖਾਲੀ ਕਰਾ ਕੇ ਉੱਥੇ ਵੀ ਅਫਸਰ ਕਾਫੀ ਸੀ, ਇਹ ਜਾਂਦੇ ਨੇ ਤੇ ਬਹਿਬਲ ਕਲਾਂ ਜਿਵੇਂ ਪਹੁੰਚਦੇ ਨੇ ਉੱਥੇ ਲੈਂਡ ਕਰਦੇ ਨੇ, ਉੱਥੇ ਟਰਬਲ ਸ਼ੁਰੂ ਹੋ ਜਾਂਦੀ ਹੈ, ਪ੍ਰਦਰਸ਼ਨਕਾਰੀ ਹਿੰਸਕ ਹੋ ਜਾਂਦੇ ਨੇ ਤੇ AK-47 ਦੀ ਗੋਲੀਆਂ ਚੱਲਦੀਆਂ ਨੇ ਫਰੋਮ ਅ ਵੈਰੀ ਕਲੋਜ਼ ਰੇਂਜ। ਹੁਣ ਕਿਹੜੇ ਹਾਲਾਤ ਦੇ ਵਿੱਚ ਗੋਲੀ ਚੱਲੀ, ਬੰਦੇ ਮਰ ਗਏ, ਇਹਦੇ ਵਿੱਚ ਇੱਕ ਫ੍ਰੀ ਐਂਡ ਫੇਅਰ ਜਿਹੜੀ ਜਾਂਚ ਕਰਾ ਲੈਂਦੀ। ਉਸ ਵਕਤ ਅਕਾਲੀ ਸਰਕਾਰ ਸੀ ਐਂਡ ਹੀ ਵਾਸ ਦ DGP ਸੁਮੇਧ ਸਿੰਘ ਸੈਣੀ। ਇਹਨਾਂ ਨੇ ਉਹ ਸਾਰੇ ਦੀ ਸਾਰੀ ਜਾਂਚ ਕਰਵਾਈ ਨਹੀਂ, ਜਾਂ ਕਹਿ ਲਓ ਕਿ ਦੇ ਵਰ ਟ੍ਰਾਈਂਗ ਟੂ ਕਵਰ ਇਟ ਅਪ, ਐਂਡ ਬਿਕੋਜ਼ ਸੁਮੇਧ ਸਿੰਘ ਸੈਣੀ ਵਾਸ ਦ DGP, ਇਹਨਾਂ ਨੇ ਆਪਣੀ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੋਟਕਪੂਰੇ ਦੇ ਵਿੱਚ ਵੀ ਘਟਨਾ ਸੀ ਤੇ ਪੁਲਿਸ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਠੀਕ ਹੈ ਉੱਥੇ ਤੁਸੀਂ ਪੁਲਿਸ ਦਾ ਸਾਥ ਦਿੱਤਾ, ਇਟਸ ਫਾਈਨ, ਲੇਕਿਨ ਜਿੱਥੇ 2 ਲੋਕ ਮਾਰੇ ਗਏ ਸੀਗੇ ਜਾਂ ਜਿੱਥੇ ਕੈਜੁਅਲਟੀ ਸੀ ਉੱਥੇ ਤੁਹਾਨੂੰ ਇੱਕ ਇਨਵੈਸਟੀਗੇਸ਼ਨ ਠੀਕ ਕਰਨੀ ਚਾਹੀਦੀ ਸੀ। ਐਂਡ ਜਿਹੜਾ ਵੀ ਦੋਸ਼ੀ ਅਫਸਰ ਸੀ, ਇਨ ਦਿਸ ਕੇਸ ਮੇਨ ਫੋਕਸ ਚਰਨਜੀਤ ਸ਼ਰਮਾ ਦੇ ਉੱਤੇ ਹੈ ਕਿ ਹੀ ਵਾਸ ਦ ਆਫਿਸਰ ਹੂ ਕ੍ਰੀਏਟਡ ਟਰਬਲ। ਉਹਦੇ ਜਾਨ ਦੀ ਵਜ੍ਹਾ ਨਾਲ ਉੱਥੇ ਹਾਲਾਤ ਬਣੇ ਐਂਡ ਦੈਨ ਫਾਇਰਿੰਗ ਹੈਪਨ ਐਂਡ ਦੈਨ ਥੀਸ ਗਾਇਜ਼ ਵਾਸ ਕਿਲਡ। ਹੁਣ ਪੁਆਇੰਟ ਹੈ ਕਿ ਉਸ ਵਕਤ ਅਕਾਲੀ ਦਲ ਨੇ ਚੰਗੀ ਇਨਵੈਸਟੀਗੇਸ਼ਨ ਨਹੀਂ ਕੀਤੀ, ਜਿਹੜਾ ਤੁਸੀਂ ਪੁਆਇੰਟ ਚੁੱਕਿਆ। ਫਿਰ ਕਾਂਗਰਸ ਦੀ ਸਰਕਾਰ ਆ ਗਈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਮੈਂ ਤਾਂ ਇਨਸਾਫ ਦਵਾਵਾਂਗਾ। ਉਹਨਾਂ ਨੇ ਕਮਿਸ਼ਨਸ ਬਿਠਾਤੇ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਸ ਤੋਂ ਬਾਅਦ ਮਲਟੀਪਲ ਸਿਟਸ ਬਣਾਈਆਂ ਗਈਆਂ। ਇੱਕ ਸਿਟ ਜਿਹੜੀ ਬਣਾਈ ਗਈ 5 ਮੈਂਬਰ ਹਾਈ ਪਾਵਰ ਸਿਟ, ਜਿਹਦੇ ਮੈਂਬਰ ਸੀ ਕੁੰਵਰ ਵਿਜੇ ਪ੍ਰਤਾਪ ਬੀਇੰਗ ਐਨ IG। ਸੋ ਹੀ ਵਾਸ ਦਾ IG। ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ। ਸੋ ਇਨਵੈਸਟੀਗੇਸ਼ਨ 'ਚ ਇਹਨਾਂ ਨੇ ਬਹੁਤ ਚੀਜ਼ਾਂ ਕੱਢੀਆਂ ਉਸ ਵਕਤ। ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਇਹਨਾਂ ਨੇ ਕੀਤੀ ਉਹ ਇਹ ਸੀ ਕਿ ਇਹ ਜਿਹੜਾ ਚਰਨਜੀਤ ਸ਼ਰਮਾ ਦਾ ਇੱਕ ਰੀਡਰ ਸੀ ਜਾਂ ਉਹਨਾਂ ਦੇ ਨਾਲ ਚੱਲਦਾ ਬੰਦਾ ਸੀ ਪ੍ਰਦੀਪ ਸਿੰਘ, ਹੀ ਵਾਸ ਅ ਕਾਪ, ਪੁਲਿਸ ਦਾ ਅਫਸਰ ਸੀ, ਉਸ ਨੂੰ ਉਹਨਾਂ ਨੇ ਵਾਅਦਾ ਮਾਫ ਗਵਾਹ ਬਣਾ ਲਿਆ, ਅਪਰੂਵਰ,
ਇਸੇ ਚੀਜ਼ ਨੂੰ ਲੈ ਕੇ ਜਿਹੜੇ ਪੀੜਤ ਪਰਿਵਾਰ ਹੈ ਉਹਨੂੰ ਆਬਜੈਕਸ਼ਨ ਹੈ। ਉਹਨਾਂ ਨੇ ਕਿਹਾ ਵੀ ਕੁੰਵਰ ਵਿਜੇ ਪ੍ਰਤਾਪ ਨੇ ਇਸ ਪ੍ਰਦੀਪ ਸਿੰਘ ਨੂੰ ਕਿਉਂ ਵਾਦਾ ਮਾਫ ਗਵਾਹ ਬਣਾਇਆ ਹੈ, ਅਪਰੂਵਰ ਕਿਉਂ ਬਣਾਇਆ। ਹੁਣ ਤੁਸੀਂ ਜਾਣਦੇ ਹੋ ਕਿ ਅਪਰੂਵਰ ਦਾ ਮਤਲਬ ਉਹ ਆ ਕਿ ਜੋ ਕੋਈ ਘਟਨਾ ਹੋਈ, ਕੋਈ ਵਾਰਦਾਤ ਹੋਈ ਹੈ, ਕੁਝ ਵੀ ਕੋਈ ਵੀ ਸੀਕੁਐਂਸ ਆਫ ਇਵੈਂਟਸ ਹੈ, ਉਹਦੇ ਵਿੱਚ ਇੱਕ ਵਿਅਕਤੀ ਜੋ ਕਿ ਪੋਸੀਬਲੀ ਅਕਿਊਜ਼ਡ ਵੀ ਹੋ ਸਕਦਾ ਹੈ, ਕੋ ਅਕਿਊਜ਼ਡ ਵੀ ਹੋ ਸਕਦਾ ਹੈ, ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਵੀ ਹੋ ਸਕਦਾ ਹੈ, ਕਿਉਂਕਿ ਉਹ ਤਾਂ ਚਰਨਜੀਤ ਸ਼ਰਮਾ ਦੇ ਨਾਲ ਰਹਿਣ ਵਾਲਾ ਵਿਅਕਤੀ ਇੰਸਪੈਕਟਰ ਜਿਹੜਾ ਇੰਦਰਜੀਤ ਸਿੰਘ ਆ ਪੁਲਿਸ ਅਫਸਰ ਸੀ, ਉਹਦਾ ਰੀਡਰ ਸੀ। ਸੋ ਜਿਹੜਾ ਪ੍ਰਦੀਪ ਸਿੰਘ ਨੂੰ ਵਾਦਾ ਮਾਫ ਗਵਾਹ ਬਣਾਉਣਾ ਇਹ ਇੱਕ ਬੋਨ ਆਫ ਕੰਟੈਂਸ਼ਨ ਹੈ। ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਵੱਲੋਂ ਮਾਸਟਰ ਕਾਰਡ ਖੇਡਿਆ ਕਿ ਮੈਂ ਪੁਲਿਸ ਦਾ ਹੀ ਬੰਦਾ ਆਪਣੇ ਨਾਲ ਰਲਾ ਲਿਆ। ਹੁਣ ਅਪਰੂਵਰ ਬਣ ਗਿਆ, ਉਹਨੇ ਬਿਆਨ ਦਿੱਤੇ, ਬਿਆਨ ਦੇ ਵਿੱਚ ਉਹਨੇ ਸਾਰੀ ਗੱਲਾਂ ਦੱਸੀਆਂ ਕਿ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਜਿਹੜਾ ਜਿਹਨੂੰ ਕਹਿੰਦਾ ਕਿ ਐਵੀਡੈਂਸ ਫੈਬਰੀਕੇਟ ਕੀਤਾ। ਐਵੀਡੈਂਸ ਕੀ ਫੈਬਰੀਕੇਟ ਕੀਤਾ ਕਿ ਪ੍ਰੋਵੋਕੇਸ਼ਨ ਕੀ ਸੀ, ਬਹਿਬਲ ਕਲਾਂ ਗੋਲੀ ਕਿਉਂ ਚੱਲੀ। ਪੁਲਿਸ ਦੀ ਪਰਮਰਾਜ ਉਮਰਾਨੰਗਲ ਜਾਂ ਸੁਮੇਧ ਸਿੰਘ ਸੈਣੀ ਦਾ ਡੀਜੀਪੀ ਸੀ, ਪਰਮਰਾਜ ਉਮਰਾਨੰਗਲ ਐਂਡ ਡਾਊਨਵਰਡ ਚਰਨਜੀਤ ਸ਼ਰਮਾ, ਇਹਨਾਂ ਨੇ ਉੱਥੇ ਬਾਅਦ ਦੇ ਵਿੱਚ ਜਸਟੀਫਾਈ ਕਰਨ ਲਈ ਉਸ ਬਹਿਬਲ ਕਲਾਂ ਦੀ ਘਟਨਾ ਨੂੰ ਇਹ ਦਿਖਾਇਆ ਕਿ ਗੋਲੀ ਦੂਸਰੇ ਪਾਸੇ ਚੱਲੀ ਸੀ, ਪ੍ਰਦਰਸ਼ਨਕਾਰੀਆਂ ਵਾਲੇ ਪਾਸਿਓ, ਤੇ ਜਿਪਸੀ ਨੂੰ ਗੋਲੀਆਂ ਵੱਜੀਆਂ। ਹੁਣ ਬਾਅਦ ਦੇ ਵਿੱਚ ਇਹ ਚੀਜ਼ ਅਪਰੂਵਰ ਦੇ ਜ਼ਰੀਏ ਕੁੰਵਰ ਵਿਜੇ ਪ੍ਰਤਾਪ ਨੇ ਇਨਵੈਸਟੀਗੇਸ਼ਨ 'ਚ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਾਮਲਾ ਅਦਾਲਤ ਦੇ ਵਿੱਚ ਹੈ, ਕਿ ਉਹ ਜਿਪਸੀ ਬਾਅਦ ਦੇ ਵਿੱਚ ਖੜੀ ਕੀਤੀ ਗਈ ਤੇ ਉਹਦੇ 'ਤੇ ਗੋਲੀਆਂ ਚਲਾ ਕੇ ਉਸ ਦੇ ਵਿੱਚ ਜਿਹੜਾ ਐਵੀਡੈਂਸ ਸੀ ਉਸਨੂੰ ਫੈਬਰੀਕੇਟ ਕੀਤਾ। ਬੇਸਿਕਲੀ ਸਬੂਤ ਜਨਰੇਟ ਕਰ ਲਏ ਜੀ, ਕਿਉਂਕਿ ਜਿਪਸੀ ਤੇ ਗੋਲੀ ਵੱਜੀ ਸੀ, ਦੇਅਰ ਵਾਜ਼ ਰਿਟੈਲੀਏਟਰੀ ਐਕਸ਼ਨ, ਤਾਂ ਕਰਕੇ ਬੰਦੇ ਮਾਰੇ ਗਏ। ਉਹਦੇ ਨਾਲ ਤੁਹਾਡੀ ਜਿਹੜੀ ਗ੍ਰੈਵਿਟੀ ਆਫ ਅਫੈਂਸ ਘਟ ਜਾਂਦੀ ਹੈ। ਇਹ ਕੋਸ਼ਿਸ਼ ਐਜ਼ ਐਨ ਆਫਟਰ ਥਾਟ ਕੀਤੀ। ਇਹ ਚੀਜ਼ਾਂ ਕੁੰਵਰ ਵਿਜੇ ਪ੍ਰਤਾਪ ਨੇ ਅਨਰਥ ਕੀਤੀਆਂ ਤੇ ਉਸ ਪੂਰੀ ਦੀ ਪੂਰੀ ਸਾਜ਼ਿਸ਼ ਨੂੰ ਅਨਰਥ ਕਰਨ ਲਈ ਉਹਨੂੰ ਅਪਰੂਵਰ ਪ੍ਰਦੀਪ ਸਿੰਘ ਦੀ ਵੀ ਲੋੜ ਸੀ, ਉਹਦੀ ਗਵਾਹੀ ਦੀ ਲੋੜ ਸੀ। ਐਟ ਦ ਸੇਮ ਟਾਈਮ ਉਹਨੇ ਸੁਹੇਲ ਬਰਾੜ, ਇੱਕ ਦੋ ਹੋਰ ਬੰਦੇ ਫੜ ਲਏ ਜੋ ਕਿ ਵਕੀਲ ਸੀ, ਹੂ ਆਰ ਨੌਨ ਕੌਪ ਗਾਇਜ਼, ਲੇਕਿਨ ਬਾਅਦ ਦੇ ਵਿੱਚ ਉਹਨਾਂ ਦੇ ਫਾਰਮ ਹਾਊਸ ਦੇ ਉੱਤੇ ਉਹ ਜਿਪਸੀ ਖੜੀ ਕੀਤੀ, ਉੱਥੇ ਗੋਲੀ ਚਲਾਈ, ਬਾਅਦ ਦੇ ਵਿੱਚ ਉਸਨੂੰ ਦਿਖਾਇਆ ਗਿਆ। ਸੋ ਇਹ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਚੀਜ਼ਾਂ ਕੱਢ ਲਈਆਂ, 4 ਸ਼ੀਟਾਂ 4 ਸਪਲੀਮੈਂਟਰੀ ਫਾਈਲ ਕਰਤੀਆਂ ਗਈਆਂ, 19, 20, 21 3 ਸਾਲਾਂ ਦੇ ਵਿੱਚ 4 ਚਲਾਨ ਫਾਈਲ ਕੀਤੇ ਗਏ। ਉਸ ਤੋਂ ਬਾਅਦ ਅੱਜ ਤੱਕ ਕੋਈ ਚਲਾਨ ਫਾਈਲ ਨਹੀਂ ਕੀਤਾ ਗਿਆ। ਹੁਣ ਕੁੰਵਰ ਵਿਜੇ ਪ੍ਰਤਾਪ ਤੀਸਰੀ ਗਵਰਨਮੈਂਟ ਜਿਹੜੀ ਉਹਨਾਂ ਦੀ ਆਪਣੀ ਸਰਕਾਰ ਹੈ, ਜਦੋਂ ਕੁੰਵਰ ਵਿਜੇ ਪ੍ਰਤਾਪ ਦਾ ਬੇਸ ਕੀ ਸੀ ਆਮ ਆਦਮੀ ਪਾਰਟੀ ਵਿੱਚ ਆਉਂਦਾ, ਬਿਕੋਜ਼ ਹੀ ਵਾਜ਼ ਅ ਆਫਿਸਰ। ਜਦੋਂ ਇਹਨਾਂ ਦੀ ਸਿੱਟ ਭੰਗ ਹੋਈ ਅਪ੍ਰੈਲ 2021 ਵਿੱਚ, ਇਹਨਾਂ ਨੇ ਅਸਤੀਫਾ ਦਿੱਤਾ। ਇਹਨਾਂ ਦਾ ਇਲਜ਼ਾਮ ਇਹ ਸੀ ਕਿ ਮੇਰੀ ਸਿੱਟ ਨੂੰ ਮੇਰੇ ਜਿਹੜੇ ਮੁਕੱਦਮੇ ਜਾਂ ਮੇਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਨੂੰ ਸਾਡੀ ਕਾਨੂੰਨੀ ਪੱਖ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਨੂੰਨੀ ਟੀਮਾਂ ਅਦਾਲਤ ਦੇ ਵਿੱਚ ਉਹਦੀ ਸਪੋਰਟ ਨਹੀਂ ਕਰਦੀਆਂ ਜਾਂ ਉਹਦੇ ਲਈ ਖੜ ਨਹੀਂ ਪਾਈਆਂ। ਸੋ ਇਹ ਬੇਸ ਬਣਾ ਕੇ ਇਹਨਾਂ ਨੇ ਅਸਤੀਫਾ ਦਿੱਤਾ ਤੇ ਵੋਲੰਟਰੀ ਰਿਟਾਇਰਮੈਂਟ ਲਈ। ਉਸ ਤੋਂ ਬਾਅਦ ਰਾਜਨੀਤੀ ਵਿੱਚ ਆਏ, ਆਮ ਆਦਮੀ ਪਾਰਟੀ ਵਿੱਚ ਆ ਗਏ। ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਪੋਸਟਰ ਬਣਾਏ, ਬॉय ਬਣਾਤਾ। ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਹੋਇਆ, ਬੇਅਦਬੀ ਦਾ ਇਨਸਾਫ ਕੌਣ ਦਵਾਏਗਾ ਜੀ? ਆਮ ਆਦਮੀ ਪਾਰਟੀ ਦਵਾਏਗੀ। ਕਿਸ ਬੇਸ ਉੱਤੇ ਦਵਾਏਗੀ? ਕੁੰਵਰ ਵਿਜੇ ਪ੍ਰਤਾਪ ਡੈਕੋਰੇਟਿਡ ਆਫਿਸਰ ਹਟ ਗਏ, ਬਿਲੀਗਰਡ ਆਫਿਸਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ, ਅਸੀਂ ਦਵਾਵਾਂਗੇ। ਹੁਣ ਸਥਿਤੀ ਉੱਥੇ ਦੀ ਉੱਥੇ ਫੇਰ ਆ ਗਈ। ਹੁਣ ਕੁੰਵਰ ਵਿਜੇ ਪ੍ਰਤਾਪ ਪਿਛਲੇ 1.5 ਸਾਲ ਤੋਂ ਰੋ ਰਹੇ ਨੇ, ਕਹਿੰਦੇ ਮੈਨੂੰ ਵਿਧਾਨ ਸਭਾ 'ਚ ਬੋਲਣ ਦਾ ਟਾਈਮ ਨਹੀਂ ਮਿਲਦਾ। ਹੁਣ 2 ਸਿੱਟਾਂ ਹੈਗੀਆਂ ਨੇ, ਇੱਕ ਕੋਟਕਪੂਰਾ ਚੌਂਕ ਵਾਲੀ ਘਟਨਾ ਦੇ ਵਿੱਚ ਤੇ ਇੱਕ ਬਹਿਬਲ ਕਲਾਂ। ਪਹਿਲਾਂ ਤਾਂ ਕੋਟਕਪੂਰੇ ਵਾਲੀ ਸਿੱਟ ਦੇ ਖਿਲਾਫ ਤਾਂ ਖੁੱਲ੍ਹੇ ਹੀ ਕੁੰਵਰ ਵਿਜੇ ਪ੍ਰਤਾਪ ਨੇ ਮੋਰਚਾ ਖੋਲ੍ਹਤਾ ਕਿ LLS ਯਾਦਵ ਜਿਹੜੇ ਉਹਦੇ ਹੈੱਡ ਹੈਗੇ ਨੇ, ਮੁਖੀ ਹੈਗੇ ਨੇ, ਉਹਨਾਂ ਦੇ ਉੱਤੇ ਸਿੱਧਾ ਇਲਜ਼ਾਮ ਲਾਇਆ ਕਿ ਇਹ ਇਸ ਕੇਸ ਦੇ ਵਿੱਚ ਪੁਲਿਸ ਦੇ ਅਫਸਰਾਂ ਨੂੰ ਬਚਾ ਰਹੇ ਨੇ, ਇਸ ਤਰੀਕੇ ਦੇ ਸੀਰੀਅਸ ਐਲੀਗੇਸ਼ਨ। ਕੋਈ ਕਾਰਵਾਈ ਨਹੀਂ। ਉਹੀ ਸਿੱਟ ਦਾ ਹੈੱਡ ਬਰਕਰਾਰ ਹੈ। ਚਲੋ ਉਸ ਦੇ ਵਿੱਚ ਅਦਾਲਤ ਦਾ ਵੀ ਇੱਕ ਰੋਲ ਹੈ, ਬਿਕੋਜ਼ ਹਾਈ ਕੋਰਟ ਮੋਨੀਟਰਡ ਉਹ ਜਾਂਚ ਹੋ ਰਹੀ ਹੈ, ਉਹਦੇ ਵਿੱਚ ਸਰਕਾਰ ਕਿੰਨਾ ਕੁਝ ਕਰ ਸਕਦੀ ਹੈ, ਦੈਟਸ ਅ ਕੁਐਸਚਨ। ਹੁਣ ਨੌਨਿਹਾਲ ਸਿੰਘ ਦੇ ਉੱਤੇ ਜਿਹੜੀ ਦੂਸਰੀ ਬਹਿਬਲ ਕਲਾਂ ਵਾਲੀ ਸਿੱਟ ਹੈ, ਜਿਸ ਦਾ ਕੇਸ ਦੀ ਆਪਾਂ ਜ਼ਿਕਰ ਕਰਦੇ ਪਏ, ਇਹਨਾਂ ਨੇ ਕਹਿਤਾ ਕਿ ਸਿੱਟ ਨੇ ਤਾਂ ਕੁਝ ਕੀਤਾ ਹੀ ਨਹੀਂ, ਪਿਛਲੇ 1.5 ਸਾਲ ਦੇ ਵਿੱਚ ਤੇ ਸੁੱਤੇ ਪਏ ਨੇ, ਕੁਝ ਨਹੀਂ ਕੀਤਾ। ਉਲਟਾ ਅਦਾਲਤ ਦੇ ਵਿੱਚ ਜਾ ਕੇ 161 CRPC ਦੇ ਬਿਆਨਾਂ ਨੂੰ ਬਦਲਵਾਉਣ ਦੀ ਗੱਲ ਕੁਝ ਵਿਟਨੈਸਿਸ ਕਰਦੇ ਨੇ, ਉਸ ਚੀਜ਼ ਦਾ ਵਿਰੋਧ ਵੀ ਨਹੀਂ ਕੀਤਾ ਜਾ ਰਿਹਾ। ਇਹ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਦੁੱਖ ਹੈ, ਦੁੱਖ ਦੀ ਰਗ ਹੈ ਕਹਿ ਲਓ। ਲੇਕਿਨ ਲੈ ਦੇ ਕੇ ਮੋਟੀ ਗੱਲ ਇਹ ਕਿ ਅੱਜ ਜਾਂ ਤਾਂ ਪ੍ਰੋਬਲਮ ਕੁਝ ਕੁੰਵਰ ਵਿਜੇ ਪ੍ਰਤਾਪ ਦੇ ਵਿੱਚ ਹੈ ਵੀ 3 ਸਰਕਾਰਾਂ, ਅਕਾਲੀ ਦਲ, ਕਾਂਗਰਸ, ਹੁਣ ਇਹ ਕਿਹਾ ਹੀ ਜਾ ਸਕਦਾ ਨਾ ਕਿ ਤਿੰਨੋਂ, ਲੇਕਿਨ ਲੋਕ ਪੰਜਾਬ ਦੇ ਜਾਣਦੇ ਨੇ ਕਿ ਤਿੰਨੋਂ ਸਰਕਾਰਾਂ ਮੁਨਕਰ ਹੋਈਆਂ ਨੇ। ਇਹਨਾਂ ਦੀ ਲੀਡਰਸ਼ਿਪ ਜਾਂ ਤਾਂ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਉਹ ਗੱਲਾਂ ਬਾਤਾਂ ਨਾ ਕਰੋ। ਕੈਪਟਨ ਅਮਰਿੰਦਰ ਨੇ ਵੀ ਇਲੈਕਸ਼ਨ ਤੋਂ ਪਹਿਲਾਂ ਇਹੀ ਗੱਲਾਂ ਬਾਤਾਂ ਕੀਤੀਆਂ। ਆਪਣੇ 4.5 ਸਾਲ ਉਹਨਾਂ ਨੇ ਹੀ ਵਾਸ ਦ ਚੀਫ ਮਿਨਿਸਟਰ, ਉਸ ਦੌਰਾਨ ਕੀਤਾ ਕੁਝ ਨਹੀਂ। ਪ੍ਰਣਾਲਾ ਉੱਥੇ ਦਾ ਉੱਥੇ। ਐਂਡ ਸੇਮ ਥਿੰਗ ਇਜ਼ ਹੈਪਨਿੰਗ ਵਿਦ ਦੀ ਆਮ ਆਦਮੀ ਪਾਰਟੀ ਗਵਰਨਮੈਂਟ। ਸੋ ਪੁਆਇੰਟ ਖੜਾ ਹੁੰਦਾ ਕਿ ਮਤਲਬ ਕਰ ਕੀ ਰਹੇ ਨੇ, ਇਹ ਤੁਹਾਡਾ ਆਪਣਾ MLA ਹੈ ਨਾ। ਤੁਸੀਂ ਘੱਟੋ ਘੱਟ ਇੰਨੇ ਦਿਨ ਹੋ ਗਏ, 11 ਅਕਤੂਬਰ ਦੀ ਚਿੱਠੀ ਲਿਖੀ, ਇਸ ਨੂੰ ਪਬਲਿਕ ਕਰਤਾ ਉਹਨਾਂ ਨੇ। ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਇੱਕ ਉਹਨਾਂ ਨੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਵੀਡੀਓ ਸ਼ੇਅਰ ਕੀਤਾ ਭਗਵੰਤ ਮਾਨ ਦਾ, ਪੁਰਾਣਾ ਕੋਈ ਵੀਡੀਓ, ਤੇ ਉਸ ਵਿੱਚ ਉਹਨਾਂ ਨੇ ਦਿਖਾਇਆ ਕਿ ਦੇਖੋ ਮੁੱਖ ਮੰਤਰੀ ਤਾਂ ਕਹਿ ਰਿਹਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਇਨਵੈਸਟੀਗੇਸ਼ਨ ਸਹੀ ਇਨਵੈਸਟੀਗੇਸ਼ਨ, ਅਸੀਂ ਸਾਰੀ ਦੀ ਸਾਰੀ ਗੱਲਬਾਤ ਕਰਾਂਗੇ, ਲੇਕਿਨ ਉਹ ਐਕਟੀਵਿਟੀ ਕਿੱਥੇ ਹੈ? ਸੋ ਉਸ ਤੋਂ ਬਾਅਦ ਚੀਫ ਮਿਨਿਸਟਰ ਕੋਈ ਬਿਆਨ ਨਹੀਂ ਦਿੰਦਾ, ਕੋਈ ਸਰਕਾਰ ਦਾ ਮੰਤਰੀ ਬਿਆਨ ਨਹੀਂ ਦਿੰਦਾ। ਸੋ ਇੱਕ ਬਹੁਤ ਦੁਵਿਧਾ ਭਰੀ ਸਥਿਤੀ ਤੇ ਸਾਫ਼ ਨਜ਼ਰ ਆ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਨੁਕਰੇ ਲਾਇਆ ਜਾ ਰਿਹਾ। ਹੀ ਇਜ਼ ਬੀਇੰਗ ਕਾਰਨਰਡ, ਹੀ ਫੀਲਸ ਕਿ ਕੇਸ ਦਾ ਨੁਕਸਾਨ ਕੀਤਾ ਜਾ ਰਿਹਾ ਤੇ ਇਹਦਾ ਫਾਇਦਾ ਅਕਿਊਜ਼ਡ ਨੂੰ ਹੋਣਾ, ਯਾਨੀ ਕਿ ਜਿਹੜੇ
एक्यूज्ड कौन है? एक्यूज्ड कोई छोटे ਬੰਦੇ ਨਹੀਂ ਨੇ, ਦੇ ਆਰ ਦ ਮੋਸਟ ਪਾਵਰਫੁਲ ਇਨਫਲੂਐਂਸ਼ੀਅਲ ਕਾਪਸ ਔਰ ਆਫ ਯੈਸਟਰ ਈਅਰਸ, ਜਿਨ੍ਹਾਂ ਦੇ ਨਾਲ ਸਿਰਫ ਇਹੀ ਨਹੀਂ ਬਲਕਿ ਪਿਛਲੀਆਂ ਕਿੰਨੀਆਂ कंट्रोवर्सीज जुड़ियाँ हुई हैं। शायद जो सरकारी तंत्र है या फिर जो पॉलिटिकल पार्टीज़ हैं उनके लिए ये भी एक शायद मोटिवेशन नहीं है, क्योंकि ये पुलिस वाले हैं, ये अंदर की बातें जानते हैं, पॉलिटिशियंस हो चाहे कोई भी सरकार में रहा हो सकता है ये एक वजह हो। दूसरा मुझे ये भी मैं इस पे जानना चाह रहा था आपकी राय कि कुंवर विजय प्रताप शायद एक फैक्टर है जो उनको पिंच करता रहता है, लेकिन बहुत अलग अलग चीज़ों पे वो बयान देते हैं। जैसे स्कूल ऑफ एक्सेलेंस का जो कुछ महीने पहले जो वाक़या हुआ था, उन्होंने जो है अपनी गवर्नमेंट के सरकार ये उनका जो स्कूल ऑफ एक्सेलेंस, उसी पे उन्होंने सवालिया निशान खड़ा कर दिया, बोले कि भाई ये तो पहले से था, पहले गवर्नमेंट के टाइम से, बहुत टाइम से था, तो आपने इसमें नया क्या किया, ये स्कूल ऑफ एक्सेलेंस बन गया। तो एक थोड़ा सा एक डेयर दिया जा रहा है अपने गवर्नमेंट को, तो निकालना चाहते हो तो मुझे निकाल के दिखाओ, इस टाइप का थोड़ा सा आप ਉਹ ਤਾਂ ਹੈ ਹੀ ਹੈ ਸਥਿਤੀ ਹੈ ਜੀ, ਇਹੀ ਹੈ ਕਿਉਂਕਿ ਜੇ ਖੁਦ ਉਹ ਪਾਰਟੀ ਛੱਡ ਦਿੰਦੇ ਨੇ, ਪਾਰਟੀ ਛੱਡ ਦੇਣਗੇ ਤਾਂ ਉਹਨਾਂ ਦੀ ਵਿਧਾਇਕੀ ਜਾਏਗੀ। ਹੁਣ ਆਈਜੀ ਦਾ ਅਹੁਦਾ ਛੱਡ ਚੁੱਕੇ ਨੇ, ਰਿਟਾਇਰਮੈਂਟ ਲੈ ਚੁੱਕੇ ਨੇ, ਹੁਣ ਜੇ ਉਹ ਵਿਧਾਇਕ ਦਾ ਵੀ ਅਹੁਦਾ ਛੱਡ ਦੇਣਗੇ, ਜਿਹੜੀ ਇੱਕ ਇਮਿਊਨਿਟੀ ਹੁੰਦੀ ਹੈ ਜਾਂ ਕਹਿ ਲਈ ਵੀ ਇੱਕ ਕਲਾਊਡ ਹੁੰਦਾ ਇੱਕ ਐਮਐਲਏ ਦੇ ਨਾਲ, ਤੁਸੀਂ ਬਹੁਤ ਕੁਝ ਕਰ ਸਕਦੇ ਹੋ ਵਿਧਾਨ ਸਭਾ ਦੇ ਵਿੱਚ, ਬੀਇੰਗ ਐਨ ਐਮਐਲਏ ਐਂਡ ਯੂ ਵਾਈ ਸ਼ੁਡ ਯੂ ਲੂਜ਼, ਯੂ ਨੋ, ਤੁਸੀਂ ਆਪਣੇ ਪ੍ਰਿੰਸੀਪਲ ਤੋਂ ਹਟੇ ਨਹੀਂ ਹੋ, ਜਿੱਥੇ ਤੁਸੀਂ ਖੜੇ ਸੀਗੇ, ਜਿਸ ਕਾਰਨ ਤੁਸੀਂ ਆਮ ਆਦਮੀ ਪਾਰਟੀ, ਤੁਸੀਂ ਕਿਹੜਾ ਉਹ ਪ੍ਰਿੰਸੀਪਲ ਤੋਂ ਹਟ ਗਏ ਹੋ। ਹਾਂ, ਪਾਰਟੀ ਦੇ ਸਰਕਾਰ ਪਿੱਛੇ ਹਟ ਰਹੀ ਹੈ, ਉਹਨਾਂ ਦੀ ਪ੍ਰੋਬਲਮ ਹੈ। ਸੋ ਲੇਕਿਨ ਕੁੰਵਰ ਨੇ ਜਿਹੜੇ ਵੀ ਪੁਆਇੰਟ ਚੁੱਕੇ ਨੇ, ਉਹ ਆਪਣੇ ਰੈਲੇਵੈਂਟ ਗੱਲ ਕੀਤੀ ਹੈ। ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਤਾਂ ਬਹੁਤ ਵਿਵਾਦ ਨੇ ਪੰਜਾਬ 'ਚ, ਲੇਕਿਨ ਕੁੰਵਰ ਵਿਜੇ ਪ੍ਰਤਾਪ ਜੇ ਅੰਮ੍ਰਿਤਸਰ ਦੇ ਐਕਸਲੈਂਸ ਸਕੂਲ ਦੀ ਗੱਲ ਕਰਦੇ ਹੋ, ਇਸ ਵਾਸਤੇ ਕਰਦੇ ਨੇ ਕਿਉਂਕਿ ਉਹ ਅੰਮ੍ਰਿਤਸਰ ਦਾ, ਉਹਨਾਂ ਦੇ ਹਲਕੇ ਦਾ ਏਰੀਆ ਜਾਂ ਉਹਦੇ ਹਲਕੇ ਦੀ ਵਿਸਿਨਿਟੀ ਦਾ ਏਰੀਆ, ਉਹ ਆਪਣੇ ਹਲਕੇ ਦੀ ਗੱਲ ਕਰ ਰਹੇ ਨੇ। ਤੇ ਜੇ ਬੇਅਦਬੀ ਦੇ ਕੇਸਾਂ ਦੀ ਗੱਲ ਕਰ ਰਹੇ ਨੇ, ਉਹ ਕੇਸਾਂ ਦੀ ਗੱਲ ਕਰ ਰਹੇ ਨੇ ਜਿਸ ਵਿੱਚ ਉਹ ਖੁਦ ਤਫਤੀਸ਼ੀ ਅਫਸਰ ਸੀ, ਹੀ ਵਾਜ਼ ਐਨ ਇਨਵੈਸਟੀਗੇਸ਼ਨ ਆਫਿਸਰ ਔਰ ਦ ਹੈਡ ਆਫ ਦੈਟ ਔਰ ਦ ਪਾਰਟ ਆਫ ਦੈਟ ਟੀਮ। ਸੋ ਉਹ ਰੈਲੇਵੈਂਟ ਗੱਲ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਲੋਕਲ ਸਟੈਂਡਾ ਹੀ ਬਣਦਾ ਗੱਲ ਕਰਨ ਦਾ। ਇਹ ਗੱਲਬਾਤ ਤੋਂ ਕਿਸੇ ਹੋਰ ਕੰਟੈਕਸਟ 'ਚ ਅੱਜ ਤੁਸੀਂ ਕਹੋ ਜੀ ਕਿ ਪੰਜਾਬ ਦੇ ਵਿੱਚ ਡਰੱਗਸ ਦੀ ਸਮੱਸਿਆ, ਹਾਲਾਂਕਿ ਉਹਦੇ ਵਿੱਚ ਵੀ ਬਣਦਾ, ਕੱਲ੍ਹ ਨੂੰ ਕਿਸੇ ਵੀ ਪੰਜਾਬ ਦੀ ਪ੍ਰੋਬਲਮ ਦੇ ਵਿੱਚ ਉੱਠ ਕੇ ਕੁੰਵਰ ਵਿਜੇ ਪ੍ਰਤਾਪ ਬਿਆਨ ਦੇਣਾ ਸ਼ੁਰੂ ਕਰ ਦੇਣ, ਉਹ ਵੈਲਿਡ ਨਹੀਂ ਹੋਏਗਾ। ਲੇਕਿਨ ਇਹ ਜਿਹੜੇ ਦੋਵੇਂ ਇਸ਼ੂਜ਼ ਨੇ, ਚਾਹੇ ਐਕਸਲੈਂਸ ਸਕੂਲ ਦੀ ਗੱਲ ਕੀਤੀ, ਇਹ ਜਿਹੜੇ ਵੀ ਗੱਲ ਕਰ ਰਹੇ ਨੇ, ਉਹ ਦੇਖ ਕੇ ਗੱਲ ਕਰ ਰਹੇ ਨੇ, ਮਾਪ ਤੋਲ ਕੇ ਗੱਲ ਕਰ ਰਹੇ ਨੇ, ਐਵੇਂ ਗੱਲ ਨਹੀਂ ਕਰ ਰਹੇ। 11 ਅਕਤੂਬਰ ਦੀ ਚਿੱਠੀ ਸਾਨੂੰ ਦੇਖੋ, ਆਪਾਂ ਪੋਲੀਟੀਕਲ ਡਿਸਕੋਰਸ ਦੇ ਵਿੱਚ ਐਡੀ ਫਾਲਤੂ ਤੇ ਵਾਹੀਆਤ ਡਿਸਕਸ਼ਨਸ ਹੁੰਦੀਆਂ ਨੇ, ਇਲਜ਼ਾਮਬਾਜ਼ੀ ਹੁੰਦੀ ਹੈ, ਤਾਂ ਲੋਕਾਂ ਨੂੰ ਆਦਤ ਪੈ ਚੁੱਕੀ ਹੈ ਕਿ ਸਿਆਸੀ ਗੱਲਾਂ ਨੂੰ ਸਿਆਸੀ ਤਰੀਕੇ ਦੇ ਨਾਲ ਲੈ ਲਿਆ ਜਾਂਦਾ। ਲੇਕਿਨ ਕੁੰਵਰ ਵਿਜੇ ਪ੍ਰਤਾਪ ਜਿਹੜੀ ਚਿੱਠੀ ਲਿਖਦੇ ਨੇ, ਜਿਹੜੇ ਇਤਰਾਜ਼ ਜ਼ਾਹਰ ਕਰਦੇ ਨੇ, ਉਹ ਕਾਨੂੰਨੀ ਨੁਕਤਿਆਂ ਉੱਤੇ ਬੇਸਡ ਗੱਲਾਂ ਨੇ, ਗਹਿਰੀਆਂ ਗੱਲਾਂ ਨੇ, ਲੋਕਾਂ ਨੂੰ ਸਮਝ ਘੱਟ ਆਉਂਦੀਆਂ ਨੇ, ਲੇਕਿਨ ਦੇ ਆਰ ਫੈਕਚੁਅਲ ਥਿੰਗਸ। ਫੈਕਟ ਹੈ ਵੀ ਅਦਾਲਤ ਦੇ ਵਿੱਚ ਕਿਉਂ ਬੰਦੇ ਆਪਣੇ ਬਿਆਨ ਬਦਲਣਾ ਚਾਹ ਰਹੇ ਨੇ, ਕੋਈ ਸੀਰੀਅਸ ਮਾਮਲਾ ਹੈ, ਇਹਦਾ ਫਾਇਦਾ ਕਿਸ ਨੂੰ ਹੋਣਾ? ਇਹਦਾ ਫਾਇਦਾ ਜਿਹੜੇ ਅਕਿਊਜ਼ਡ ਪੱਖ ਉਸ ਨੂੰ ਹੋਣਾ। ਉਹ ਖੁਦ ਵਕੀਲ ਵੀ ਨੇ ਕੁੰਵਰ ਵਿਜੇ ਪ੍ਰਤਾਪ, ਐਂਡ ਬੀਇੰਗ ਇਨਵੈਸਟੀਗੇਟਿੰਗ ਆਫਿਸਰ, ਉਹ ਕਿਉਂਕਿ ਜਦੋਂ ਬੰਦੇ ਨੇ ਖੁਦ ਜਾਂਚ ਕੀਤੀ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਪ੍ਰੋਬਲਮ ਨੇ, ਇਹ ਕਮੀਆਂ ਨੇ। ਕਿੰਨੀ ਔਖੇ ਤਰੀਕੇ ਦੇ ਨਾਲ ਅਸੀਂ ਇਸ ਕੇਸ ਦੇ ਵਿੱਚ ਇੱਕ ਬੰਦੇ ਨੂੰ ਅਪਰੂਵਰ ਬਣਾਇਆ, ਚੀਜ਼ਾਂ ਨੂੰ ਜਨਰੇਟ ਕੀਤਾ, ਕੀ ਕੀਤਾ, ਮਤਲਬ ਚੀਜ਼ਾਂ ਨੂੰ ਇਕੱਠਾ ਕੀਤਾ। ਕਿਉਂਕਿ ਜਦੋਂ ਤੁਹਾਡੇ ਕੋਲ ਸਿਰਫ ਆਈ ਵਿਟਨੈਸਿਸ ਉੱਤੇ ਆਧਾਰਿਤ ਇੱਕ ਇਨਵੈਸਟੀਗੇਸ਼ਨ ਹੋਵੇ, ਤੁਹਾਡੇ ਕੋਲ ਪ੍ਰੂਫ ਹੀ ਕੁਛ ਨਾ ਹੋਵੇ, ਸਿਰਫ ਬੰਦਿਆਂ ਦੇ ਜ਼ੁਬਾਨ ਤੇ ਬਿਆਨ ਹੀ ਉਹ ਪ੍ਰੂਫ ਹੈ, ਤਾਂ ਉਹ ਬਿਆਨ ਮੁਕਰਨ ਦੇ ਵਿੱਚ ਤੇ ਜ਼ੁਬਾਨ ਨੂੰ ਚੁੱਪ ਕਰਾਉਣ ਦੇ ਵਿੱਚ ਕਿੰਨਾ ਸਮਾਂ ਲੱਗ ਸਕਦਾ ਅਦਾਲਤਾਂ ਦੇ ਵਿੱਚ। ਤੇ ਇੱਥੇ ਕਿੱਡੇ ਪਾਵਰਫੁਲ ਆਫਿਸਰਸ ਦੇ ਨਾਲ ਤੁਸੀਂ ਡੀਲ ਕਰ ਰਹੇ ਹੋ, ਇਹਨਾਂ ਦੇ ਖਿਲਾਫ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ। ਤੁਹਾਡੀਆਂ ਸਰਕਾਰਾਂ, ਤੁਹਾਡੀ ਪੋਲੀਟੀਕਲ ਲੀਡਰਸ਼ਿਪ ਤੁਹਾਡੇ ਨਾਲ ਨਹੀਂ ਹੈ। ਅੰਦਰ ਖਾਤੇ ਬਾਦਲਾਂ ਨੇ, ਅੰਦਰ ਖਾਤੇ ਕੈਪਟਨ ਅਮਰਿੰਦਰ ਹੋਣਾ ਨੇ ਵੀ ਉਹ ਸਾਥ ਨਹੀਂ ਦੇ ਪਾਏ। ਠੀਕ, ਕੈਪਟਨ ਅਮਰਿੰਦਰ ਦੇ ਟਾਈਮ ਤੇ ਕਾਫੀ ਕੰਮ ਹੋਇਆ, ਲੇਕਿਨ ਲੈ ਦੇ ਕੇ ਜਦੋਂ ਐਂਡ ਦੇ ਵਿੱਚ ਗੱਲ ਤਾਂ ਸਿਰੇ ਪਹੁੰਚਾਉਣ ਦੀ ਹੁੰਦੀ ਹੈ ਨਾ, ਤੁਸੀਂ ਗੱਲਾਂ ਬਾਤਾਂ ਸ਼ੁਰੂ ਕਰ ਦਿਓ, ਬਿਕੋਜ਼ ਪੋਲੀਟੀਕਲ ਤੁਸੀਂ ਫਾਇਦੇ ਨੁਕਸਾਨ ਦੇਖ ਕੇ ਉਸ ਵਕਤ ਸਾਰੇ ਇਹ ਇਮੋਸ਼ਨਲ ਇਸ਼ੂ ਸੀ। ਦੇਖੋ, ਬੇਅਦਬੀਆਂ ਦੇ ਇਸ਼ੂਜ਼, ਇਹ ਚੀਜ਼ ਬਾਟਮ ਲਾਈਨ ਇਹ ਹੈ ਕਿ ਬੇਅਦਬੀਆਂ ਦੇ ਇਸ਼ੂ ਕਿਸੇ ਵੀ ਪਾਰਟੀ ਦੀ ਸਰਕਾਰ ਬਣਾ ਨਹੀਂ ਸਕਦੇ। ਇਹ ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿ ਇਹ ਰਾਜਨੀਤੀ ਹੈ ਪੰਜਾਬ ਦੀ, ਇਸ਼ੂਜ਼ ਹੋਰ ਇੱਥੇ ਚੱਲਦੇ ਨੇ, ਲੇਕਿਨ ਸਰਕਾਰਾਂ ਨੂੰ ਤੋੜ ਜ਼ਰੂਰ ਸਕਦਾ ਹੈ ਇਸ਼ੂ। ਇਹਦੇ 'ਚ ਐਡੀ ਕਪੈਸਿਟੀ, ਤੇ ਹੋਇਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਇਸ ਇਸ਼ੂ ਦੇ ਉੱਤੇ ਵੋਟਾਂ ਨਹੀਂ ਪੰਜਾਬ ਦੇ ਵਿੱਚ ਪਈਆਂ, ਠੀਕ ਹੈ, ਅਕਾਲੀ ਦਲ ਨੂੰ ਵੀ ਬਾਹਰ ਦਾ ਰਸਤਾ ਦੇਖਣਾ ਪਿਆ। ਲੇਕਿਨ ਜੇ ਕਹੀਏ ਕਿ ਕਾਂਗਰਸ ਬੇਅਦਬੀ ਦੇ ਕਾਰਨ ਸੱਤਾ ਵਿੱਚ ਆਈ, ਨੋ। ਲੇਕਿਨ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਤੋਂ ਇਸ ਵਾਸਤੇ ਹਟੇ ਜਦੋਂ ਸਿੱਟਾਂ ਭੰਗ ਹੋ ਗਈਆਂ, ਹੀ ਵਾਸ ਡਿਸਕ੍ਰੈਡਿਟਡ। ਉਹਨਾਂ ਦੇ ਖਿਲਾਫ ਮੁੱਦਾ ਹੀ ਇਹ ਬਣਿਆ ਕਿ ਉਹ ਬੇਅਦਬੀ ਦੇ ਕੇਸਾਂ ਦੀ ਪੈਰਵੀ ਨਹੀਂ ਕਰਵਾ ਪਾਏ, ਉਹ ਇਹਨਾਂ ਕੇਸਾਂ ਦੇ ਵਿੱਚ ਢਿੱਲੇ ਰਹੇ। ਦੈਟ ਇਜ਼ ਦ ਰੀਜ਼ਨ why Captain Amarinder Singh went out of the power, and this is what Bhagwant Mann needs to clearly understand। ਇਹਨੂੰ ਸਮਝਣ ਦੀ ਲੋੜ ਹੈ ਕਿ ਉਹ ਮੁੱਦਾ ਨਹੀਂ ਹੈ ਜੋ ਕਿ ਤੁਹਾਨੂੰ ਵੋਟਾਂ ਦਵਾ ਕੇ ਤੁਹਾਨੂੰ ਰਾਜਨੀਤੀ ਜਾਂ ਕਹਿ ਦੇ ਕਿ ਸੱਤਾ ਦੇ ਗਲਿਆਰਿਆਂ ਦੇ ਵਿੱਚ ਸਥਾਪਿਤ ਕਰਦਾ ਹੈ। ਇਹ ਉਹ ਮੁੱਦਾ ਹੈ ਜੋ ਕਿ ਤੁਹਾਨੂੰ ਕੁਰਸੀ ਤੋਂ ਲਾ ਕੇ ਥੱਲੇ ਸਿੱਟਦਾ ਹੈ। ਜੇ ਇਹ ਚੀਜ਼ ਨਹੀਂ ਸਮਝ ਵਿੱਚ ਆਏਗੀ ਭਗਵੰਤ ਮਾਨ ਨੂੰ, ਤਾਂ ਫਿਰ ਜੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਇਆ ਉਹ ਉਹਨਾਂ ਦੇ ਨਾਲ ਵੀ ਹੋਣਾ ਹੈ।
आई मीन दैट्स व्हाट आई फील। मैं थोड़ा ਜਿਹਾ ਕਿਉਂਕਿ ਜਜ਼ਬਾਤੀ ਤੇ ਇਮੋਸ਼ਨਲ ਵੀ ਵਿਸ਼ਾ ਹੈ, ਹਾਂ ਬਿਲਕੁਲ ਲੇਕਿਨ ਲੋਕ ਵੀ ਦੇਖ ਰਹੇ ਨੇ ਨਾ, ਜਨਤਾ ਦੀ ਕਚਹਿਰੀ ਵਿੱਚ ਹੈ ਕਿ ਤੁਸੀਂ ਅਫਸਰਾਂ ਦੇ ਨਾਲ ਕੀ ਕਰਦੇ ਪਏ ਹੋ, ਤੁਸੀਂ ਇਨਵੈਸਟੀਗੇਸ਼ਨ ਜਿਹੜੀ ਚੀਜ਼ਾਂ ਜਾਂ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਨਹੀਂ ਕਹਿ ਰਿਹਾ, ਲੈਟਸ ਅੰਡਰਸਟੈਂਡ ਇਟ, ਜੋ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਇਹ ਮੇਰੇ ਗੱਲ ਨਹੀਂ, ਇਹ ਖੁਦ ਭਗਵੰਤ ਮਾਨ ਕਹਿ ਰਹੇ ਸੀ ਇਹ ਤਾਂ ਉਹਨਾਂ ਦੀ ਜ਼ੁਬਾਨੀ ਗੱਲਾਂ ਬਾਤਾਂ ਨੇ, ਆਪਾਂ ਤਾਂ ਸਿਰਫ ਇਹਨੂੰ ਦੁਹਰਾ ਰਹੇ ਹਾਂ, ਵੀ ਜਸਟ ਰਿਪੀਟਿੰਗ ਦੋਜ਼ थिंग्स। हाँ, जैसे नवजोत सिद्धू अपने ही गवर्नमेंट के खिलाफ चीफ मिनिस्टर अमरिंदर सिंह के खिलाफ जो है बयानबाजी कर रहे थे, वो तो हमें याद है आखिरी के जो 6 महीने ਬੇਅਦਬੀ ਦਾ ਇਸ਼ੂ ਸੀ ਨਾ। ਹਾਂ ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਹਟੇ, ਜੇ ਕੋਈ ਪੁੱਛੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਹੋਰ 36 ਕਾਰਨ ਸੀ, ਬਟ ਦ ਰੀਜ਼ਨ ਵਾਈ ਹੀ ਵਾਸ ਰਿਮੂਵਡ, ਦਿਸ ਵਾਸ ਦ ਇਮੀਡੀਏਟ ਰੀਜ਼ਨ ਐਂਡ ਦਿਸ ਵਾਸ ਦ ਮੋਸਟ ਇੰਪੋਰਟੈਂਟ ਰੀਜ਼ਨ। ਤੇ ਇਹ ਚੀਜ਼ ਨੂੰ ਨਵਜੋਤ ਸਿੰਘ ਸਿੱਧੂ ਨੇ ਵੀ ਚੱਕਿਆ, ਜੋ ਕਹਿੰਦਾ ਫਾਈਨਲ Nail in the coffin, ਬਲੋ, ਜਾਂ ਫਾਈਨਲ ਬਲੋ ਟੂ ਬ੍ਰੇਕ ਦ ਕੈਮਲਸ ਬੈਕ, ਉਹ ਵਾਲਾ ਕੰਮ ਸੀ। ਸੋ ਉਹ ਕੰਮ ਇਸ ਮੁੱਦੇ ਨੇ ਕੀਤਾ। ਦਿਸ ਰਿਮੇਨਸ ਐਨ ਇਮੋਸ਼ਨਲ ਇਸ਼ੂ। ਠੀਕ ਹੈ, ਅੱਜ ਤੁਸੀਂ 8 ਸਾਲ ਪੁਰਾਣਾ ਵਿਸ਼ਾ ਹੈ, ਲੋਕ ਕਈ ਕਹਿ ਸਕਦੇ ਨੇ ਕਿ ਬਹੁਤ ਪੁਰਾਣਾ ਹੋ ਗਿਆ, ਬੇਅਦਬੀ ਦੇ ਕੇਸਾਂ 'ਚ ਇਨਸਾਫ ਨਹੀਂ ਹੋਣਾ। ਇਨਸਾਫ ਤਾਂ ਹੋਵੇ ਜਾਂ ਨਾ ਹੋਵੇ, ਲੇਕਿਨ ਸਿਆਸੀ ਪਾਰਟੀਆਂ ਜਾਂ ਅਜਿਹੇ ਸਿਆਸੀ ਲੀਡਰ ਜਿਹੜੇ ਕਿ ਉਹ ਰਾਜਨੀਤੀ ਕਰ ਰਹੇ ਨੇ, ਜੋ ਕਿ ਪਹਿਲਾਂ ਤਾਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਰਾਜਨੀਤੀ ਹੈ, ਪਹਿਲਾਂ ਤਾਂ ਵੋਟਾਂ ਲੈ ਲਈਆਂ, ਠੀਕ ਹੈ ਨਾ, ਜਾਂ ਤਾਂ ਫਿਰ ਇਸ ਮੁੱਦੇ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਵੇ। ਕੋਈ ਸਰਕਾਰ, ਕੋਈ ਮੁੱਖ ਮੰਤਰੀ ਦੇ ਵਿੱਚ ਐਡਾ ਦਮ ਚਾਹੀਦਾ ਹੈ ਕਿ ਉਹ ਕਹਿ ਸਕੇ ਕਿ ਯਾਰ ਇਹ ਇਨਵੈਸਟੀਗੇਸ਼ਨ ਆ ਰਾਜਨੀਤੀ ਤੋਂ ਪ੍ਰੇਰਿਤ ਸੀ, ਆਪਾਂ ਇਸ ਚੈਪਟਰ ਨੂੰ ਕਲੋਜ਼ ਕਰੀਏ। ਫਿਰ ਇਹਦਾ ਖਾਮਿਆਜ਼ਾ ਅਕਾਲੀ ਦਲ ਵੀ ਕਿਉਂ ਭੁਗਤੇ ਨਾ, ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਵੀ ਤੌਮਤ ਕਿਉਂ ਲੱਗਦੀ ਰਵੇ। 8 ਸਾਲ ਹੋ ਚੁੱਕੇ, ਤੁਸੀਂ ਉਹਨਾਂ ਦੇ ਉੱਤੇ ਬੇਅਦਬੀਆਂ ਦੇ, ਗੋਲੀ ਕਾਂਡ ਦੇ ਸਾਰੇ ਕੇਸ ਕਰ ਚੁੱਕੇ ਹੋ। ਤੁਹਾਡੀਆਂ 5 ਸਾਲ ਕਾਂਗਰਸ ਦੀ ਸਰਕਾਰ ਨਿਕਲ ਗਏ, 2 ਸਾਲ ਇਹਨਾਂ ਦੀ ਨੂੰ ਨਿਕਲਣ ਨੂੰ ਆ ਗਏ ਨੇ, ਮੁਝੇ 7 ਸਾਲਾਂ 'ਚ ਤੁਹਾਡੇ ਤੋਂ ਕੁਝ ਹੋਇਆ ਹੀ ਨਹੀਂ, ਤਾਂ ਫਿਰ ਉਹਨਾਂ ਅਫਸਰਾਂ ਦਾ ਤੇ ਉਹ ਸਰਕਾਰ ਦਾ ਕੀ ਕਸੂਰ? ਇਟ ਮੀਨਸ ਕਿ ਉਹ ਠੀਕ ਸੀਗੇ, ਤੁਸੀਂ ਤਾਂ ਫਿਰ ਰਾਜਨੀਤੀ ਕੀਤੀ ਹੈ, ਤੇ ਤੁਸੀਂ ਰਾਜਨੀਤੀ ਕਰਕੇ ਆਪਣੀ ਰੋਟੀਆਂ ਸੇਕੀਆਂ, ਸਰਕਾਰਾਂ ਦੇ ਵਿੱਚ ਆਏ, ਜਿਹਨੂੰ ਜੀ ਕੀਤਾ ਚੱਕ ਕੇ ਇੱਕ ਨੌਕਰੀ ਛੱਡ ਚੁੱਕੇ ਆਈਜੀ ਨੂੰ ਤੁਸੀਂ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ, ਉਹਨੂੰ ਫਿਰ ਆਪਣਾ ਚਿਹਰਾ ਬਣਾਤਾ, ਪੋਸਟਰ ਬਣਾ ਕੇ ਘੁਮਾਈ ਫਿਰੇ ਗਏ, ਬੇਅਦਬੀ ਦੇ ਨਾਂ ਦੇ ਉੱਤੇ ਇਨਸਾਫ ਦਵਾਵਾਂਗੇ, ਤੇ ਜਦੋਂ ਆਪਣੀ ਵਾਰੀ ਹੈ ਤਾਂ ਤੁਸੀਂ ਹਾਲ ਦੇਖ ਲਓ ਕੀ ਹਾਲ है। लेकिन क्या किसी भी गवर्नमेंट के लिए, किसी भी पार्टी की गवर्नमेंट के लिए ये कहना इतना आसान होगा कि देखिए सैक्रिलेज का मुद्दा जो है ये इस पे जो है बात ना करे तो अच्छा है, ये मतलब ऐसा कोई विवाद होना नहीं चाहिए ऐसे मामलों पर? क्या किसी भी पार्टी के लिए कहना मुमकिन भी है? नहीं मुमकिन है, बिल्कुल नहीं है। कोई दे कांट अफोर्ड, अंदरों चाहते ने सारे की बंद करो बस। हाँ, ਭਗਵੰਤ ਮਾਨ ਨੂੰ ਜਾਂਦੇ ਬਸ ਕਰੋ ਯਾਰ, ਬਹੁਤ ਬੇਅਦਬੀ ਛੱਡੋ, ਅੰਦਰੋਂ ਇਹਨਾਂ ਦੇ ਮਨਾਂ ਦੇ ਵਿੱਚ, ਸਭ ਦੇ ਵਿੱਚ ਹੋਏਗਾ ਇਹ ਚੀਜ਼। ਕਿਸੇ ਟਾਈਮ ਦੇ ਉੱਤੇ ਕੈਪਟਨ ਅਮਰਿੰਦਰ ਜਾਂ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ, ਕਿਉਂਕਿ ਗੱਲ ਇਹ ਹੁੰਦੀ ਵੀ ਜਦ ਤੱਕ ਤੁਸੀਂ ਵਿਰੋਧ ਦੇ ਵਿੱਚ ਹੁੰਦੇ ਹੋ, ਵਿਰੋਧੀ ਹੁੰਦੇ ਹੋ, ਤਦ ਤੱਕ ਤਾਂ ਤੁਹਾਨੂੰ ਇੱਕ ਰਾਜਨੀਤੀ ਆਧਾਰ ਮਿਲ ਰਿਹਾ, ਇੱਕ ਮੁੱਦਾ ਮਿਲ ਰਿਹਾ, ਇੱਕ ਨੁਕਤਾ ਮਿਲ ਰਿਹਾ, ਜਿਸ ਦੇ ਉੱਤੇ ਤੁਸੀਂ ਸੱਤਾਧਾਰੀ ਧਿਰ ਨੂੰ ਕਾਰਨਰ ਕਰਨਾ ਹੈ। ਲੇਕਿਨ ਜਦੋਂ ਤੁਸੀਂ ਸੱਤਾਧਾਰੀ ਧਿਰ ਬਣ ਜਾਂਦੇ ਹੋ, ਜਦੋਂ ਸਰਕਾਰ ਤੁਹਾਡੀ ਬਣ ਜਾਂਦੀ ਹੈ, ਫਿਰ ਤੁਸੀਂ ਕੰਮ ਕਰਨਾ ਹੈ, ਤੇ ਉਹ ਕੰਮ ਤੁਸੀਂ ਕਰ ਨਹੀਂ ਪਾਏ ਜਾਂ ਕਰਨ ਦੇ ਨਹੀਂ ਰਹੇ। ਇੱਥੇ ਦੇਖੋ ਬੜਾ ਵੱਡਾ ਪੁਆਇੰਟ ਹੈ ਕਿ ਭਗਵੰਤ ਮਾਨ ਹੈਜ਼ ਗੋਟ ਨਥਿੰਗ ਟੂ ਲੂਜ਼। ਉਹਨੇ ਕੀ, ਉਹਨੇ ਨੁਕਸਾਨ ਕੀ ਹੈ, ਮੈਨੂੰ ਇਹ ਨਹੀਂ ਸਮਝ ਵਿੱਚ ਆ ਰਿਹਾ। ਉਹਨਾਂ ਦੀ ਇਲੈਕਟੋਰਲ ਕਮਿਟਮੈਂਟਸ ਹੈਗੀਆਂ ਨੇ, ਇਹਨਾਂ ਕੇਸਾਂ ਦੇ ਵਿੱਚ ਇਨਸਾਫ ਹੋਣਾ ਚਾਹੀਦਾ, ਐਂਡ ਟੂ ਦ ਸੈਟਿਸਫੈਕਸ਼ਨ ਆਫ ਹਿਜ਼ ਓਨ MLA, ਜਿਨ੍ਹਾਂ ਨੂੰ ਇਹਨਾਂ ਡੈਕੋਰੇਟ ਕਰਕੇ ਉਹ ਲੈ ਕੇ ਆਏ, ਵਾਜੇ ਗਾਜੇ ਦੇ ਨਾਲ ਇਹਨਾਂ ਨੂੰ ਪਾਰਟੀ ਵੀ ਸ਼ਾਮਲ ਕੀਤਾ ਸੀਗਾ। ਉਸ MLA ਦੀ ਸੈਟਿਸਫੈਕਸ਼ਨ ਜ਼ਰੂਰੀ ਹੈ ਜਾਂ ਨਹੀਂ ਹੈ? ਆਪਾਂ ਕੁਝ ਦਿਨ ਪਹਿਲਾਂ ਚਰਚਾ ਕੀਤੀ ਸੀ ਨਾ ਕਿ MLA ਦਾ ਜੀਜਾ ਰੇਤੇ ਦੀ ਮਾਈਨਿੰਗ ਕਰਦਾ ਹੋਇਆ ਰੰਗੇ ਹੱਥੀ ਫੜਿਆ ਜਾਂਦਾ ਹੈ, ਤੇ MLA ਸਾਹਿਬ ਨੇ ਇੱਕ ਪੋਸਟ ਪਾਈ, ਤੇ ਉਸ ਤੋਂ ਬਾਅਦ ਟ੍ਰਾਂਸਫਰ ਕੀਤੀ ਹੋਈ SSP ਦੀ, ਰਾਈਟ, ਐਂਡ ਹੀ ਇਜ਼ ਅ ਡੈਕੋਰੇਟਿਡ SSP ਅਗੇਨ। ਠੀਕ ਹੈ ਨਾ, ਇੱਕ ਡੈਕੋਰੇਟਿਡ ਅਫਸਰ ਨੂੰ ਤੁਸੀਂ 2 ਮਿੰਟ 'ਚ ਚੱਕ ਕੇ ਸਾਈਡ ਕੀਤਾ। ਇੱਕ ਜ਼ਿਲ੍ਹੇ ਦੇ ਵਿੱਚ ਇੱਕ ਨਸ਼ੇੜੀ ਦੇ ਮਗਰ ਲੱਗ ਕੇ ਇੱਕ ਵਕੀਲ ਨੇ ਪੁੱਠਾ ਕੰਮ ਕੀਤਾ ਸੀ, ਵਕੀਲ ਭਾਈਚਾਰਾ ਇਕੱਠਾ ਹੋ ਗਿਆ, ਉਹ SSP ਬਦਲਤਾ, ਪੂਰਾ ਥਾਣਾ ਚੱਕਤਾ, ਉਸ ਤੋਂ ਬਾਅਦ ਸਮਝੌਤੇ ਹੋ ਗਏ। ਠੀਕ ਹੈ ਨਾ, ਤੁਸੀਂ ਦੇਖੋ ਤਾਂ ਸੀ ਨਾ ਹਾਲਤ ਕਿੱਥੇ ਹੈ। ਤੇ ਇੱਥੇ ਤੁਹਾਡਾ ਇੱਕ ਅਫਸਰ ਜਿਹੜਾ ਕਿ ਜਿਹਨੇ ਕਿ ਇਸ ਕੇਸ ਦੀ ਤਫਤੀਸ਼ ਕੀਤੀ ਹੈ, ਜਿਹੜਾ ਕਿ ਅੱਜ ਤੁਹਾਡਾ MLA ਹੈ, ਤੁਸੀਂ ਅੱਜ ਆਪਣੇ MLA ਨੂੰ ਵੀ ਨਹੀਂ ਸੁਣਨਾ ਚਾਹ ਰਹੇ। ਗੱਲ ਕੁਝ ਹੋਰ ਵੀ ਹੈ ਇਹਦੇ, ਇੱਕ ਰਾਜਨੀਤਿਕ, ਮੈਨੂੰ ਇਹਦੇ ਪਿੱਛੇ ਦੀ ਰਾਜਨੀਤੀ ਇਹ ਹੈ ਕਿ ਸ਼ਾਇਦ ਹੋ ਸਕਦਾ ਕੁंवर विजय प्रताप तो इनसिक्योर हों भगवंत मान, हो सकता है, बिल्कुल पॉसिबल है। बहुत केसेस होते भी हैं। सेंट्रल आम आदमी पार्टी का जो दिल्ली वाला गवर्नमेंट है उसमें भी ऐसे केसेस हुए थे, जब उनके ही विधायक जो है बहुत बड़े हो गए, या फिर प्रशांत भूषण योगेंद्र यादव के साथ जो स्प्लिट हुआ, वो उसके बहुत से सिमिलर रीजंस भी थे। यहाँ पे एक चीज़ ज़रूर मैं पूछना चाहूँगा कि जैसे आमतौर पे अगर पुलिस इन्वॉल्व होता है किसी भी ऐसे क्रिमिनल कंप्लेंट में और स्टेट इन्वेस्टिगेट करती है, तो बड़ा मुश्किल होता है, क्योंकि पुलिस के खिलाफ कोई जाना नहीं चाह रहा है और अपने डिपार्टमेंट का ऑफिसर्स कोशिश करते हैं कि प्रोटेक्ट करें। बिल्कुल। हाशिमपुरा हमने देखा यूपी में हुआ था, प्रोविंशियल आर्म कंस्टेबलरी, उसमें कन्विक्शन इसलिए हो पाया क्योंकि एक इंडियन एक्सप्रेस के फोटोग्राफर में नाली में छुप के उन्होंने फोटोज लिए थे, जिसमें वो देखा गया, अदरवाइज कोई विजुअल एविडेंस था ही नहीं। आप जैसे बहबल कला के बारे में आप बोल रहे हैं कि विजुअल एविडेंस इतना नहीं है, तो ऐसे केसेस में बड़ा मुश्किल हो जाता है प्रोसिक्यूट करना। तो क्या आपको ये भी, मतलब कोई भी किसी भी पार्टी की गवर्नमेंट हो, ऐसे केस में
कोई अगर सरफिरा ऑफिसर है वो अलग फिर एक एग्जाम्पल हो जाएगा, लेकिन अदरवाइज डिपार्टमेंट के खिलाफ कोई जाना नहीं चाहेगा। क्या ये एक बहुत बड़ी वजह है इसका कि क्या ਬਿਲਕੁਲ कोई नतीजा नहीं निकल ਕੜੀਆਂ ਦੇਖੋ ਜੁੜੀਆਂ ਹੋਈਆਂ ਨੇ, ਜੁੜੀਆਂ ਕਿਵੇਂ ਨੇ, ਕਿਉਂਕਿ ਇਹ ਸੇਮ ਅਫਸਰ, ਹੁਣ ਇੱਥੇ ਪ੍ਰੋਬਲਮ ਇਹ ਸੀ ਵੀ ਦੋ ਧਰਨੇ ਚੱਲ ਰਹੇ ਸੀ। ਇੱਕ ਜਗ੍ਹਾ ਪੰਜਾਬ ਪੁਲਿਸ ਦਾ 1.5-2 ਦਰਜਨ ਆਈਪੀਐਸ ਆਫੀਸਰ ਉੱਥੇ ਸੀਗੇ ਕੋਟਕਪੂਰਾ ਦੇ ਵਿੱਚ। ਇਟ ਵਾਸ ਅ ਹਿਊਜ ਪ੍ਰੈਸ਼ਰ ਇਹ ਸੀਗਾ ਵੀ ਇਹ ਧਰਨੇ ਨੂੰ ਚੁਕਾਓ ਇੱਥੋਂ। ਇਹ ਬੜੀ ਕਲੀਅਰ ਜੀ ਗੱਲ ਹੈ, ਧਰਨਾ ਚੁਕਾ ਵੀ ਦਿੱਤਾ। ਚਲੋ ਆਫੀਸਰ ਸਿਆਣੇ ਸੀ ਥੋੜੇ ਜਿਹੇ, ਉਹਨਾਂ ਨੇ ਆਪਣੇ ਤਰੀਕੇ ਨਾਲ ਹੈਂਡਲ ਕੀਤਾ। ਵਾਇਲੈਂਸ ਵੀ ਹੋਈ, 30-40 ਪੁਲਿਸ ਵਾਲਿਆਂ ਨੂੰ ਵੀ ਬਹੁਤ ਸੱਟਾਂ ਵੱਜੀਆਂ, ਲੇਕਿਨ ਸਟਿਲ ਵਿਦਆਊਟ ਅ ਕੈਜੁਅਲਟੀ। ਹੁਣ ਜੇ ਇੱਕ ਅੱਧਾ ਵੀ ਮਰ ਜਾਂਦਾ ਬੰਦਾ ਉੱਥੇ, ਫਿਰ ਇੱਕ ਇਸ਼ੂ ਵੱਖਰੇ ਲੈਵਲ ਤੇ ਜਾਣਾ ਸੀ, ਲੇਕਿਨ ਉੱਥੇ ਚੰਗੀ ਗੱਲ ਇਹ ਸੀ ਕਿ ਕੋਟਕਪੂਰੇ ਕੋਈ ਕੈਜੁਅਲਟੀ ਨਹੀਂ ਹੋਈ। ਉਸ ਤੋਂ ਬਾਅਦ ਜਦੋਂ ਕੋਟਕਪੂਰੇ ਦਾ ਧਰਨਾ ਚੁੱਕ ਲਿਆ ਗਿਆ, ਸਵੇਰੇ 6:30 ਤੋਂ 7 ਵਜੇ ਦੀ ਗੱਲ ਹੈ, 14 ਅਕਤੂਬਰ ਦੀ। ਐਂਡ ਉਸ ਤੋਂ ਬਾਅਦ ਜਿਹੜੇ ਆਫੀਸਰ ਸੀ ਦੇਵਰ ਚਾਰਜਡ ਅਪ, ਵੀ ਦੇਖੋ ਐਡਾ ਵੱਡਾ ਧਰਨਾ ਸੀ, ਖਾਲੀ ਕਰਾਤਾ। ਸੋ ਉਹਨਾਂ 'ਚੋਂ ਕੁਝ ਆਫੀਸਰ, ਚਰਨਜੀਤ ਸ਼ਰਮਾ ਜਿਨ੍ਹਾਂ ਦਾ ਆਪਾਂ ਪਿੱਛੇ ਫੋਟੋ ਤਸਵੀਰ ਦੇਖੀ, ਉਹ ਬਹਿਬਲ ਕਲਾਂ ਪਹੁੰਚ ਜਾਂਦੇ ਨੇ। ਹੁਣ ਬਹਿਬਲ ਕਲਾਂ 'ਤੇ ਕੀ ਹੋਇਆ, ਇਹ ਸਾਰੀ ਚੀਜ਼ਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਚਸ਼ਮਦੀਦਾਂ ਦੇ ਗਵਾਹਾਂ ਦੇ ਉੱਤੇ ਬੇਸਡ ਹੈ। ਉਹ ਤਾਂ ਜੋ ਆਈ ਵਿਟਨੈਸਿਸ ਹੈ, ਉਹਨਾਂ ਨੇ ਕਹੀ ਵਿਟਨੈਸਿਸ ਨੇ, ਉਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ। ਲੇਕਿਨ ਹੁਣ ਜੇ ਉਸ ਕੇਸ ਦੇ ਵਿੱਚ ਲੈਟਸ ਅਜ਼ਿਊਮ, ਇਹ ਅਜ਼ੰਪਸ਼ਨ ਹੈ ਕਿ ਚਰਨਜੀਤ ਸ਼ਰਮਾ ਟਾਰਗੇਟ ਹੋ ਜਾਂਦੇ ਨੇ ਜਾਂ ਉਹਨਾਂ ਦੀ ਕਲਪੇਬਿਲਿਟੀ ਹੋ ਜਾਂਦੀ ਹੈ ਸਥਾਪਿਤ, ਪੈਰਲਲੀ ਕੋਟਕਪੂਰੇ ਦੀ ਜਾਂਚ ਵੀ ਚੱਲਦੀ ਪਈ ਹੈ। ਹੁਣ ਚਰਨਜੀਤ ਸ਼ਰਮਾ ਤੋਂ ਇਹ ਵੀ ਪੁੱਛਿਆ ਜਾਣਾ ਵੀ ਤੈਨੂੰ ਉੱਥੇ ਭੇਜਿਆ ਕਿਹਨੇ ਸੀਗਾ ਬਹਿਬਲ ਕਲਾਂ? ਯੂ ਆਰ ਨਾਟ ਸਪੋਜ਼ ਟੂ ਗੋ ਦੇਅਰ। ਉੱਥੇ ਆਲਰੇਡੀ ਟੀਮ ਪੁਲਿਸ ਪਾਰਟੀ ਸੀ, ਲੇਕਿਨ ਤੁਹਾਨੂੰ ਉੱਥੇ ਜਾਣ ਨੂੰ ਕਿਹਨੇ ਕਿਹਾ ਸੀਗਾ? ਆਫਟਰ ਤੁਸੀਂ ਆਪਣਾ ਕੋਟਕਪੂਰੇ ਧਰਨਾ ਚੁਕਾਇਆ, ਉਸ ਤੋਂ ਬਾਅਦ ਯੂ ਵਰ ਸਪੋਜ਼ ਟੂ ਲੀਡ, ਸ਼ਾਇਦ ਇਹਨਾਂ ਨੂੰ ਵਾਪਸ ਭੇਜਤਾ ਗਿਆ ਸੀ ਵੀ ਤੁਸੀਂ ਠੀਕ ਆਪਣੇ ਆਪਣੇ ਥਾਂ ਤੇ ਜਾਓ, ਲੇਕਿਨ ਇਹ ਉੱਥੇ ਪਹੁੰਚ ਜਾਂਦੇ ਨੇ। ਉੱਥੇ ਪਹੁੰਚ ਕੇ ਗੋਲੀ ਚੱਲ ਜਾਂਦੀ ਹੈ। ਹੁਣ ਜੇ ਉਹ ਅਫਸਰ ਕੜਿੱਕੀ ਚਾਹੁੰਦਾ ਹੈ, ਉਹ ਉਸ ਕੇਸ ਦੇ ਵਿੱਚ ਵੀ ਉਹਦੇ ਨਾਲ ਜੁੜੇ ਹੋਏ ਨੇ ਪਰਮਰਾਜ ਉਮਰਾ ਨੰਗਲ ਤੇ ਸੁਮੇਧ ਸਿੰਘ ਸੈਣੀ, ਉਸ ਵਕਤ ਡੀਜੀਪੀ ਐਂਡ ਦਾ ਆਈਜੀ। ਸੇਮ ਬੰਦਿਆਂ ਦੀ ਟੀਮ ਕੋਟਕਪੂਰੇ ਕੇਸ ਦੇ ਵਿੱਚ ਹੈ। ਕੱਲ ਨੂੰ ਉਸ ਅਫਸਰ ਦੇ ਉੱਤੇ ਜੇ ਹੱਥ ਪੈਂਦਾ ਅਗਲਾ ਕਹੇਗਾ ਫਿਰ ਮੈਂ ਤਾਂ ਹੋਰਾਂ ਦੇ ਵੀ ਨਾਲ ਲਾਂਗਾ। ਹੁਣ ਇਹ ਮੈਂ ਤੂੰ ਗੱਲ ਅਪਰੂਵਰ ਬਣਨ ਦੀ ਆ ਗਈ ਨਾ, ਹੁਣ ਇੱਕ ਪ੍ਰਦੀਪ ਸਿੰਘ ਅਪਰੂਵਰ ਬਣ ਗਿਆ। ਕੱਲ ਨੂੰ ਜੇ ਜਸਟ ਇਮੈਜਿਨ ਇੱਕ ਸਿਨਾਰੀਓ ਜਿਸ ਦੇ ਵਿੱਚ ਕਿ ਤੁਸੀਂ ਇੱਕ ਅਫਸਰ ਕਹੇਗਾ ਵੀ ਮੈਂ ਇਕੱਲਾ ਕਿਉਂ ਨੁਕਸਾਨ ਜਾਵਾਂਗਾ, ਮੈਂ ਤਾਂ ਸਭ ਦੀ ਗੱਲ ਕਰਾਂਗਾ, ਫਿਰ ਮੈਂ ਦੱਸਾਂਗਾ ਵੀ ਕੀ ਹੋਇਆ ਪੂਰੀ ਕਹਾਣੀ। ਜੇ ਤੁਸੀਂ ਇਕੱਲੇ ਕਹੋਗੇ ਕਿ ਮੈਂ ਹੀ ਫੈਬਰੀਕੇਟ ਕੀਤਾ, ਇੱਕ ਜਿਪਸੀ ਖੜਾਲ ਕੇ ਮੈਂ ਹੀ ਗੋਲੀਆਂ ਚਲਵਾਈਆਂ, ਸਭ ਕੁਝ ਵੀ ਦਿਸ। ਸੋ ਇਫ ਦੈਟ ਹੈਪਨਡ, ਸੋ ਦਿਸ ਆਫਿਸਰ ਮਾਈਟ ਜਸਟ ਸੇ ਕਿ ਮੈਂ ਤਾਂ ਹੋਰਾਂ ਦੀ ਵੀ ਗੱਲ ਕਰ ਸਕਦਾ ਜਾਂ ਫਿਰ ਮੈਂ ਪੂਰੀ ਗੱਲ ਦੱਸਾਂਗਾ ਜੇ ਕੁਝ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਇਸ ਵਾਸਤੇ ਜੁੜੀਆਂ ਹੋਈਆਂ ਨੇ ਕੜੀਆਂ। ਸੋ ਇੱਕ ਦੂਸਰੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ, ਐਂਡ ਵੈਸੇ ਵੀ ਪੁਲਿਸ ਡਿਪਾਰਟਮੈਂਟ ਚਾਹੇਗਾ ਨਹੀਂ ਵੀ ਆਪਣਾ ਮਨੋਬਲ। ਇਹ ਫੈਕਟ ਵੀ ਹੈ ਵੀ ਪੰਜਾਬ ਪੁਲਿਸ ਹੁਣ ਕੋਈ ਵੀ ਧਰਨਾ ਹੁੰਦਾ ਹੈ, ਉਸ ਤੋਂ ਬਾਅਦ ਬਹੁਤ ਅਜਿਹੀਆਂ ਘਟਨਾਵਾਂ ਹੋਈਆਂ। ਸੋ ਜਿਹੜਾ ਕੋਟਕਪੂਰਾ ਦਾ ਐਕਸਪੀਰੀਅੰਸ ਸਾਡਾ ਮਾੜਾ ਰਿਹਾ, ਕਿਉਂਕਿ ਉਸ ਦੇ ਵਿੱਚ ਪੁਲਿਸ ਅਫਸਰਾਂ ਦੇ ਖਿਲਾਫ ਅਪਰਾਧਿਕ ਕੇਸ ਦਰਜ ਹੋ ਗਏ। ਕਿਉਂਕਿ ਬਹਿਬਲ ਕਲਾਂ ਵਾਜ਼ ਅ ਡਿਫਰੈਂਟ ਕੇਸ, ਕੋਟਕਪੂਰਾ ਨੂੰ ਥੋੜ੍ਹਾ ਜਿਹਾ ਮੈਰਿਟ ਨੂੰ ਅਲੱਗ ਦੇਖਿਆ ਜਾਵੇ। ਪੁਲਿਸ ਦਾ ਮਨੋਬਲ ਡਿੱਗਿਆ ਹੈ। ਉਸ ਤੋਂ ਬਾਅਦ ਅਸੀਂ ਪਟਿਆਲਾ ਜਾਂ ਹੋਰ ਥਾਵਾਂ 'ਤੇ ਜਿੱਥੇ ਵੀ ਅਸੀਂ ਦੇਖਦੇ ਹਾਂ ਵੀ ਪੁਲਿਸ ਬਹੁਤ ਹੀ ਲਿਮਿਟ ਦੇ ਵਿੱਚ ਕੰਮ ਕਰਦੀ ਹੈ, ਉਹ ਆਪਣੀ ਫੋਰਸ ਨੂੰ ਛੇਤੀ ਵਰਤਦੀ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਆਪਾਂ ਬਾਰਡਰ ਦੇ ਉੱਤੇ ਇੱਕ ਧਰਨਾ ਦੇਖਿਆ ਜਿਸ ਵਿੱਚ ਕਿ ਪੁਲਿਸ ਵਾਲਿਆਂ ਨੂੰ ਕੁੱਟ ਪਈ, ਉੱਥੇ ਚੰਡੀਗੜ੍ਹ ਪੁਲਿਸ ਸੀ। ਉਸ ਤੋਂ ਪਹਿਲਾਂ ਅੰਮ੍ਰਿਤਪਾਲ ਜਦੋਂ ਅਜਨਾਲੇ ਥਾਣੇ ਚਲੇ ਗਏ, ਕਿੱਡਾ ਵੱਡਾ ਪ੍ਰੋਵੋਕੇਸ਼ਨ ਸੀ, ਲੇਕਿਨ ਪੁਲਿਸ एकदम ਬੈਕਫੁੱਟ ਤੇ ਸੀ। ਉਸ ਤੋਂ ਪਹਿਲਾਂ ਇੱਕ ਹੋਰ ਘਟਨਾ ਹੋਈ ਸੀ ਪਟਿਆਲਾ ਦੇ ਵਿੱਚ ਕਾਲੀ ਮਾਤਾ ਦਾ ਮੰਦਿਰ, ਉੱਥੇ ਜਦੋਂ ਇੱਕ ਕਮਿਊਨਲ ਹਾਲਾਤ ਵਿਗੜਦੇ ਨੇ, ਉੱਥੇ ਪੁਲਿਸ ਨੇ ਬੜਾ ਰਿਸਟ੍ਰੇਂਟ ਸ਼ੋ ਕੀਤਾ, ਠੀਕ ਹੈ ਨਾ। ਸੋ ਪੁਲਿਸ ਦਾ ਇੱਕ ਮਨੋਬਲ ਤਾਂ ਡਿੱਗਿਆ ਹੋਇਆ ਸਰਟਨਲੀ। ਉਹ ਇਸ ਤਰੀਕੇ ਦੇ ਜਿਹੜੇ ਪਛੜਿਆਂ ਦੇ ਵਿੱਚ, ਝਮੇਲਿਆਂ ਦੇ ਵਿੱਚ ਪੁਲਿਸ ਬਹੁਤ ਕਸੂਤੀ ਸਥਿਤੀ ਦੇ ਵਿੱਚ ਰਹੀ ਹੈ। ਤੇ ਅਨਫੋਰਚੂਨੇਟ ਪਾਰਟੀਜ਼ ਕੀ ਜਿਹੜੀ ਪੋਲੀਟਿਕਸ ਹੈ, ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ, ਜਿਹਨੂੰ ਦੇਣੀ ਹੈ ਸਜ਼ਾ ਦਿਓ, ਜੋ ਇਨਵੈਸਟੀਗੇਸ਼ਨ ਕਰਨੀ, ਇਟ ਸ਼ੁੱਡ ਹੈਵ ਬੀਨ ਅ ਸਪੀਡੀ ਇਨਵੈਸਟੀਗੇਸ਼ਨ। 8-8 ਸਾਲ ਤੁਸੀਂ ਲਟਕਾ ਰਹੇ ਹੋ, 2-2 ਸਾਲ 2.5 ਸਾਲ ਤੁਹਾਡੇ ਕੰਮ ਨਹੀਂ ਹੋ ਰਹੇ, ਤੁਹਾਡੇ ਗਵਾਹ ਨਹੀਂ ਹੋ ਰਹੇ, ਤੁਹਾਡੇ ਗਵਾਹ ਹੁਣ ਮੁੱਕਰਨ ਦੀ ਨੌਬਤ ਆ ਜਾਏਗੀ। 8 ਸਾਲ ਬਾਅਦ ਤਾਂ ਗਵਾਹ ਮੁੱਕਰੇਗਾ ਹੀ ਨਾ। ਹਾਂ ਬਿਲਕੁਲ, ਠੀਕ ਹੈ ਨਾ। ਉਹਨੂੰ ਤਾਂ ਫਿਰ 8 ਸਾਲਾਂ ਬਾਅਦ ਜੇ ਅਗਲੇ ਨੂੰ ਲੱਗਿਆ ਕਿ ਮੈਨੂੰ ਤਾਂ ਕੋਈ ਹੈ ਹੀ ਨਹੀਂ, ਉਹਦੇ ਵਿੱਚ ਕਈ ਬੜੇ ਵਲਨਰੇਬਲ ਲੋਕ ਹੈਗੇ ਨੇ, ਵਲਨਰੇਬਲ ਸੈਗਮੈਂਟਸ ਤੋਂ ਹੈਗੇ ਨੇ। ਹਰ ਗਵਾਹ ਐਡਾ ਮਜ਼ਬੂਤ ਥੋੜ੍ਹਾ ਨਾ ਹੁੰਦਾ ਹੈ, ਹਰ ਗਵਾਹ ਕੋਈ ਆਈਜੀ ਨਹੀਂ ਹੁੰਦਾ, ਹਰ ਗਵਾਹ ਕੋਈ ਪਾਵਰਫੁਲ ਬੰਦਾ ਨਹੀਂ ਹੁੰਦਾ, ਕਮਜ਼ੋਰ ਵਿਅਕਤੀ ਹੁੰਦੇ। ਤੇ ਚੰਗਿਆਂ ਨੂੰ ਢਾਲਣ ਦੇ ਸਿਸਟਮ, ਤੇ ਤੁਸੀਂ ਇਹਨਾਂ ਵਿਚਾਰੇ ਵਿਟਨੈਸਿਸ ਦਾ ਕੀ ਕਸੂਰ? ਅਗਲੇ ਦੇਖਦੇ ਨੇ ਸਾਰੇ ਨੂਰਾ ਕੁਸ਼ਤੀ, ਅਕਾਲੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਉਹ ਕਹਿੰਦੇ ਵੀ ਜੇ ਇਹ ਕਮਿਟਡ ਨਹੀਂ ਹੈ ਆਪਣੇ ਕੇਸਿਸ ਨੂੰ ਲੈ ਕੇ, ਤਾਂ ਫਿਰ ਵਿਟਨੈਸ ਨੇ ਆਪਣੀ ਜਾਨ जोखिम ਦੇ ਵਿੱਚ ਕਿਉਂ ਪਾਣੀ? ਬਾਏ ये जो एडवोकेट जनरल अपॉइंट हुए हैं, क्या गवर्नमेंट का ये एक फिर जवाब भी है कुंवर विजय प्रताप को या फिर ऑपोजिशन को? बिकॉज ऑपोजिशन ने भी बोला है कि भाई ऐसे बंदे को आपने एजी क्यों बनाया जो ऑलरेडी इस केस के एक्यूज को रिप्रेजेंट कर चुके हैं? तो क्या ये गवर्नमेंट का, मान गवर्नमेंट का क्या ये एक जवाब है या फिर जवाब देने का तरीका है कि भाई आप लोग जितना भी चिल्लाना है चिल्ला लो, हम तो यही करेंगे? तो आपको क्या लगता है कि ये भी एक मैसेजिंग आ रहा है? ਨਹੀਂ, ਇਹ ਜਿਹੜੇ ਗੁਰਮਿੰਦਰ ਗੈਰੀ ਨੇ, ਅਦਰਵਾਈਜ਼ ਦੇਖੋ ਵਕੀਲ ਸਾਰੇ ਕੰਪੀਟੈਂਟ ਨੇ। ਇਸ ਤੋਂ ਪਹਿਲਾਂ ਵਿਨੋਦ ਕਈ ਸੀ, ਹੁਣ ਵਿਨੋਦ ਕਈ ਵੀ ਤਾਂ ਰਿਪਰੈਜ਼ੈਂਟ ਕਰ ਚੁੱਕੇ ਨੇ ਨਾ। ਵਿਨੋਦ ਕਈ ਸੁਮੇਧ ਸਿੰਘ ਸੈਣੀ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ।
ਡੇਰੇ ਸੱਚੇ ਸੌਦੇ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ। ਉਸ ਤੋਂ ਪਹਿਲਾਂ ਜਦੋਂ ਚਰਨਜੀਤ ਚੰਨੀ ਦੀ ਗਵਰਨਮੈਂਟ ਸੀ, APS ਦਿਓਲ ਵਕੀਲ ਬਣਾਏ ਗਏ, ਐਡਵੋਕੇਟ ਜਨਰਲ, ਹੀ ਆਲਸੋ ਹੈਡ ਰਿਪਰੈਜ਼ੈਂਟਡ ਸੁਮੇਧ ਸਿੰਘ ਸੈਣੀ, ਠੀਕ ਹੈ ਨਾ। ਹੁਣ ਉਹ ਤਾਂ ਜਿੰਨੇ ਵੀ ਪਿਛਲੇ, ਜੇ ਆਪਾਂ 3-4 ਐਡਵੋਕੇਟ ਜਨਰਲ ਦੇਖ ਲਈਏ, ਐਕਸਕਲੂਡਿੰਗ ਸ਼ਾਇਦ ਅਨਮੋਲ ਰਤਨ ਸਿੱਧੂ ਜਿਨ੍ਹਾਂ ਨੇ ਸ਼ਾਇਦ ਕਿਸੇ ਦਾ ਕੇਸ ਨਹੀਂ ਲੜਿਆ, ਅਦਰਵਾਈਜ਼ ਜਿੰਨੇ ਵੀ ਐਡਵੋਕੇਟ ਪਿਛਲੇ 4 ਦੇ ਵਿੱਚੋਂ 3 ਐਡਵੋਕੇਟ ਜਨਰਲ ਜਿਹੜੇ ਬਣੇ ਨੇ, ਉਹ ਜਾਂ ਤਾਂ ਡੇਰੇ ਸੱਚੇ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਵਕੀਲ ਰਹੇ ਨੇ ਕਦੇ ਨਾ ਕਦੇ ਕਿਸੇ ਨਾ ਕਿਸੇ ਕੇਸ ਦੇ ਵਿੱਚ, ਕਿਉਂਕਿ ਚੰਗੇ ਕਾਬਲ ਵਕੀਲ ਨੇ, ਬੈਸਟ ਵਕੀਲਾਂ ਦੀ ਸੇਵਾਵਾਂ ਲੈਂਦੇ ਨੇ ਲੋਕ, ਜਾਂ ਫਿਰ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਨੇ। ਹੁਣ ਇਹ ਦੋਵੇਂ ਅਕਿਊਜ਼ਡ ਹੈਗੇ ਨੇ, ਇੱਕ ਬੇਅਦਬੀ ਦੇ ਕੇਸਾਂ ਦੇ ਵਿੱਚ ਗੁਰਮੀਤ ਰਾਮ ਰਹੀਮ ਮੇਨ ਅਕਿਊਜ਼ਡ ਹੈ, ਤੇ ਗੋਲੀ ਜਿਹੜਾ ਕੋਟਕਪੂਰਾ ਤੇ ਆ ਜਿਹੜਾ ਕੇਸ ਹੈਗਾ ਬਹਿਬਲ ਕਲਾਂ ਦੇ ਵਿੱਚ ਸੁਮੇਧ ਸਿੰਘ ਸੈਣੀ। ਹੁਣ ਇਹ ਤਾਂ ਪੰਜਾਬ ਦਾ, ਹੁਣ ਇਹਨੂੰ ਕੀ ਕਹੀਏ, ਹੁਣ ਜੇ ਵਕੀਲਾਂ ਦੇ ਨਜ਼ਰੀਏ ਤੋਂ ਗੱਲ ਪੁੱਛੀ ਜਾਏ, ਉਹ ਕਹੋਗੇ ਸਾਡੀ ਪ੍ਰੋਫੈਸ਼ਨਲ ਡਿਊਟੀ ਹੈ, ਤੁਸੀਂ ਵਕੀਲਾਂ ਨੂੰ ਨਾ ਕਿਹਾ ਕਰੋ ਵੀ ਤੁਸੀਂ ਵਕੀਲ ਦਾ ਤਾਂ ਕਲਾਇੰਟ, ਇਟਸ ਅ ਪ੍ਰੋਫੈਸ਼ਨਲ ਵਰਕ। ਸੋ ਜਿਵੇਂ ਕਹਿੰਦਾ ਵੀ ਜੇ ਤੁਸੀਂ ਇਹੋ ਜਿਹਾ ਕੰਮ ਕਰ ਦੋ ਤਾਂ ਕਨਫਲਿਕਟ ਆਫ ਇੰਟਰਸਟ ਆ ਜਾਏ, ਤੇ ਜੇ ਵਕੀਲ ਭਾਈਚਾਰਾ ਕਰੇ ਤਾਂ ਫਿਰ ਉਹਨੂੰ ਪ੍ਰੋਫੈਸ਼ਨਲ ਉਹ ਮੰਨਿਆ ਜਾਂਦਾ ਕਿ ਨਹੀਂ, ਇਹਦਾ ਕੋਈ ਉਹ ਗੱਲ ਨਹੀਂ ਹੈਗੀ। ਸੋ ਇਹ ਬੜੀ ਵਿਚਿੱਤਰ ਸਥਿਤੀ ਹੈ। ਸੋ ਨਾਟ ਦੈਟ ਕਿ ਗੁਰਮਿੰਦਰ ਸਿੰਘ ਗੈਰੀ ਦੇ ਕੇਸ ਦੇ ਵਿੱਚ ਆਪਾਂ ਐਡਵੋਕੇਟ ਜਨਰਲ, ਕਿਉਂਕਿ ਇਹ ਤਾਂ ਹੁੰਦਾ ਰਿਹਾ, ਵਿਨੋਦ ਕਈ ਵਾਸ ਫਾਰ ਮੋਰ ਇਨਵੋਲਵਡ ਇਨਟੂ ਦ ਕਲਾਇੰਟਸ ਔਰ ਦ ਕਲਾਇੰਟੇਲ ਲਾਈਕ ਸੁਮੇਧ ਸਿੰਘ ਸੈਣੀ ਦੈਨ ਗੁਰਮਿੰਦਰ ਸਿੰਘ ਗੈਰੀ, ਠੀਕ ਹੈ ਨਾ। ਸੋ ਉਹ ਤਾਂ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤਾਂ ਹੁਣ ਇੰਨਾ ਮੈਟਰ ਕਰਦੀਆਂ ਨਹੀਂ, ਬਟ ਵਾਟ ਮੈਟਰਸ ਇਜ਼ ਕਿ ਜੋ ਗੱਲ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ, ਜੋ ਪੁਆਇੰਟ ਉਹ ਚੁੱਕ ਰਹੇ ਨੇ, ਉਹਨਾਂ ਨੂੰ ਆਪਾਂ ਮੈਰਿਟ ਤੇ, ਕਾਨੂੰਨੀ ਤੇ ਮੁਕੱਦਮੇਬਾਜ਼ੀ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ, ਕਿਉਂਕਿ ਮਾਮਲਾ ਟ੍ਰਾਇਲ ਸਟੇਜ ਤੇ ਪਹੁੰਚ ਚੁੱਕਾ ਹੈ, ਅਦਾਲਤ ਦੇ ਵਿੱਚ ਮੁਕੱਦਮਾ ਚੱਲਦਾ ਪਿਆ ਹੈ। ਹੁਣ ਲੜਾਈ ਅਦਾਲਤ ਦੇ ਵਿੱਚ ਜਿੱਤਣੀ ਹਾਰਨੀ ਹੈ, ਇਨਵੈਸਟੀਗੇਸ਼ਨ ਹੋਲੀ ਜਿੰਨੀ ਹੋਣੀ ਸੀ, ਹੁਣ ਅਦਾਲਤ ਦੇ ਵਿੱਚ ਗਵਾਹ ਖੜਨਗੇ, ਇੱਕ ਦੂਸਰੇ ਨੂੰ ਕੰਟਰਾਡਿਕਟ ਨਹੀਂ ਕਰਨਗੇ ਤਾਂ ਮੁਕੱਦਮਾ ਟਿਕਦਾ ਹੈ, ਅਦਰਵਾਈਜ਼ ਉਹ ਫਿਰ ਮੁਕੱਦਮਾ ਬਣਦਾ ਨਹੀਂ, ਫਿਰ ਅਕਿਊਜ਼ਡ ਤਾਂ ਬਚ ਜਾਣਾ ਹੈ। ਬੜੀ ਸਿੰਪਲ, ਜਿਹੜਾ ਬੰਦਾ ਆਪਣੇ ਨੂੰ ਡਿਫੈਂਡ ਕਰ ਰਿਹਾ ਹੈ, ਜਿਹਨੇ ਵਕੀਲਾਂ ਦੀ ਬੈਟਰੀ ਅਦਾਲਤਾਂ ਦੇ ਵਿੱਚ ਖੜੀ ਕੀਤੀ ਹੋਈ ਹੈ, ਹੀ ਵਿਲ ਗੋ ਸਕਾਟ ਫਰੀ ਜੇ ਤੁਸੀਂ ਆਪਸ ਦੇ ਵਿੱਚ ਤੁਹਾਡੇ ਸੁਰ ਨਹੀਂ ਰਲ ਰਹੇ। ਇਸ ਕੇਸ ਦੇ ਵਿੱਚ ਅਨਫੋਰਚੂਨੇਟ ਪਾਰਟ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਉਹ ਜਿਹੜੇ ਪੀੜਤ ਪੱਖ ਹੈਗਾ, ਯਾਨੀ ਕਿ ਕ੍ਰਿਸ਼ਨ ਭਗਵਾਨ ਜੋ ਮਾਰੇ ਗਏ, ਉਹਨਾਂ ਦੇ ਬੇਟੇ ਸੁਖਰਾਜ ਸਿੰਘ ਨੇ ਵੀ ਇਤਰਾਜ਼ ਜ਼ਾਹਰ ਕੀਤੇ ਨੇ। ਸੋ ਉਹ ਕਿਉਂ ਹੋ ਰਿਹਾ, ਦੂਸਰੇ ਪੀੜਤ ਦੇ ਪਰਿਵਾਰ ਵਾਲੇ ਇਹਨਾਂ ਦੇ ਨਾਲ ਹੈਗੇ ਨੇ ਕੁੰਵਰ ਵਿਜੇ ਪ੍ਰਤਾਪ ਦੇ, ਲੇਕਿਨ ਸੁਖਰਾਜ ਸਿੰਘ ਦੇ ਜਿਹੜੇ ਸਟੇਟਮੈਂਟਸ ਨੇ ਉਸ ਦੇ ਵਿੱਚ ਲੱਗ ਰਿਹਾ ਕਿ ਉਹ ਤਸੱਲੀ ਨਹੀਂ, ਉਹਨਾਂ ਤੋਂ ਖੁਸ਼ ਨਹੀਂ ਹੈਗੇ ਨੇ। ਉਹਨੂੰ ਲੱਗ ਰਿਹਾ ਵੀ ਕੁੰਵਰ ਵਿਜੇ ਪ੍ਰਤਾਪ ਨੇ ਸਹੀ ਇਨਵੈਸਟੀਗੇਸ਼ਨ ਜਾਂ ਅਪਰੂਵਰ ਬਣਾ ਕੇ ਠੀਕ ਨਹੀਂ ਕੀਤਾ, ਇਸ ਤਰੀਕੇ ਦੇ ਉਹਨਾਂ ਦੀ ਮਿਸਗਿਵਿੰਗਸ ਹੈਗੀਆਂ ਨੇ। ਸੋ ਇਫ ਦੇ ਆਰ ਐਡਰੈਸ ਦੈਨ ਪ੍ਰੋਪਰ, ਅਦਰਵਾਈਜ਼ ਅਦਾਲਤ ਦੇ ਵਿੱਚ ਗਵਾਹ ਆਪਣੀ ਗਵਾਹੀ ਤੋਂ ਬਦਲਣਗੇ, ਮੁਕਰਨਗੇ, ਪਲਟਣਗੇ, ਤੇ ਉਹਦਾ ਫਾਇਦਾ ਅਕਿਊਜ਼ਡ ਨੂੰ ਹੋਏਗਾ। फिर जैसे निठारी जैसा ही होगा कुछ शायद नतीजा? पॉसिबल है, बिल्कुल पॉसिबल है। देखो सबूतों के अभाव और कमी के कारण यही दोष मुक्त किया जाता है, ये तो फाइनल फिर वर्ड ਹੁੰਦਾ ਹੀ ਹੈ ਨਾ। ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਇੱਕ ਦੋ ਪਾਰਟ ਨੇ, ਇੱਕ ਤਾਂ ਅਕਿਊਜ਼ ਦਾ ਵੀ ਤਾਂ ਪਾਰਟ ਸਮਝੋ ਨਾ। ਜੇ ਤੁਸੀਂ ਆਪਸ ਦੇ ਵਿੱਚ ਲੜ ਰਹੇ ਹੋ, ਤੁਹਾਡੇ ਸੁਰ ਨਹੀਂ ਮਿਲ ਰਹੇ, ਤੁਹਾਡੇ ਬਿਆਨ ਨਹੀਂ ਮਿਲਦੇ ਪਏ, ਤੇ ਇਹ ਚੀਜ਼ਾਂ ਦਾ ਫਾਇਦਾ ਤਾਂ ਫਿਰ ਡਿਫੈਂਸ ਕਾਉਂਸਲਸ ਲੈਂਦੇ ਨੇ ਨਾ। ज़्यादा से ज़्यादा मेरा आखिरी सवाल, आपने अपने करियर में कभी कोई ऐसा केस देखा जिसमें पंजाब पुलिस का कोई आदमी फाइनली जाके पकड़ा गया हो या उसको सज़ा हुई हो कोर्ट में जाके जो है, और गवर्नमेंट ने इन्वेस्टिगेट किया? ऐसे क्या मतलब कोई ग्लोइंग ऐसे कोई एग्जांपल्स हैं जिसको देख के लग सकता है कि भाई अच्छा नहीं, इसमें उम्मीद है जस्टिस मिलने की इस केस में? ਨਹੀਂ, ਐਸੇ ਕੇਸਿਸ ਤਾਂ ਹੈਗੇ ਨੇ, ਐਸੀ ਗੱਲ ਨਹੀਂ। ਸੀਨੀਅਰ ਅਫਸਰ ਵੀ ਹੈਗੇ ਨੇ, ਜੂਨੀਅਰ ਲੈਵਲ ਤੇ ਵੀ ਅਫਸਰਾਂ ਨੂੰ ਬਹੁਤ, ਦੇਖੋ ਪੰਜਾਬ ਦੇ ਵਿੱਚ 90s ਦੇ ਵਿੱਚ ਬਹੁਤ ਐਟਰੋਸਿਟੀਜ਼ ਹੋਈਆਂ, ਹਿਊਮਨ ਰਾਈਟਸ ਵਾਇਓਲੇਸ਼ਨ ਹੋਈਆਂ। ਅੱਜ ਵੀ ਹੁਣ ਪਿਛਲੇ ਮਹੀਨੇ 25 30 ਸਾਲ ਪੁਰਾਣੇ ਕੇਸਾਂ ਦੇ ਵਿੱਚ ਵੀ ਕਨਵਿਕਸ਼ਨਸ ਹੋ ਰਹੀਆਂ ਨੇ, ਆਫੀਸਰਸ ਨੂੰ ਸਜ਼ਾਵਾਂ ਮਿਲ ਰਹੀਆਂ ਨੇ ਜਿਨ੍ਹਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਤੇ ਇਸ ਤਰੀਕੇ ਦੇ ਜਿਹੜੇ ਨਜਾਇਜ਼ ਗੱਲਾਂ ਬਾਤਾਂ ਕੀਤੀਆਂ। ਸਭ ਤੋਂ ਵੱਡਾ ਕੇਸ ਤਾਂ KPS ਗਿੱਲ ਦਾ ਸਾਡੇ ਸਾਹਮਣੇ, ਰੂਪਨ ਦਿਓਲ ਬਜਾਜ ਦੇ ਨਾਲ ਛੇੜਖਾਨੀ ਕੀਤੀ ਸੀ, ਹੀ ਵਾਜ਼ ਅ ਸੁਪਰ ਕਾਪ। ਤੇ ਉਹ ਮੈਂ 90s ਦੀ ਗੱਲ ਕਰਦਾ ਪਿਆ, 90s ਦੇ ਵਿੱਚ, ਲੇਟ 80s ਦੇ ਵਿੱਚ KPS ਗਿੱਲ ਦੇ ਸਾਹਮਣੇ ਖੜਾ ਹੋਣਾ ਕੋਈ ਸੌਖਾ ਨਹੀਂ ਸੀ। ਚਲੋ ਵੱਖਰੀ ਗੱਲ ਹੈ ਕਿ ਰੂਪਨ ਦਿਓਲ ਬਜਾਜ ਵਾਜ਼ ਖੁਦ, ਹੀ ਵਾਜ਼ ਐਨ IAS ਆਫਿਸਰ ਐਂਡ ਹਰ ਹਸਬੈਂਡ ਵਾਜ਼ ਐਨ IAS ਆਫਿਸਰ, ਲੇਕਿਨ ਡਿਸਪਾਈਟ ਦਾ ਫੈਕਟ ਕਿ ਉਹ IAS ਆਫਿਸਰ ਸੀ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਸੀ, ਲੇਕਿਨ ਉਹਨਾਂ ਦੀ ਕਮਿਟਮੈਂਟ ਸੀ ਤੇ ਉਹਨਾਂ ਨੇ ਸੁਪਰੀਮ ਕੋਰਟ ਤੱਕ ਲੜੇ ਕੇਸ, ਤੇ KPS ਗਿੱਲ ਨੂੰ ਸਜ਼ਾ ਹੋਈ ਉਸ ਕੇਸ ਦੇ ਵਿੱਚ, ਮੋਲੈਸਟੇਸ਼ਨ ਦਾ ਕੇਸ ਸੀ। ਸੋ ਐਸੀ ਗੱਲ ਨਹੀਂ ਹੈ, ਮਤਲਬ ਜੇ ਦੇਖੋ ਸਬੂਤ ਤੇ ਗਵਾਹ ਬੜੇ ਮੈਟਰ ਕਰਦੇ ਨੇ। ਇੱਕ ਦਿੱਤੀ ਹੋਈ ਆਪਣੇ ਮੂੰਹ ਦੀ ਗਵਾਹੀ ਜਿਹੜੀ ਹੈ ਨਾ, ਉਹਦੀ ਬੜੀ ਵੈਲਿਊ ਹੈ। ਜੇ ਤੁਸੀਂ ਅੱਖਾਂ ਦੇ ਨਾਲ ਕੁਝ ਵੇਖਿਆ ਹੈ, ਉਹ ਸੱਚ ਹੈ, ਤੇ ਉਹ ਸਥਾਪਿਤ ਤੁਸੀਂ ਕਰ ਸਕਦੇ ਹੋ, ਆਪਣੇ ਬਿਆਨ ਤੋਂ ਨਹੀਂ ਡੋਲਦੇ, ਤਾਂ ਫਿਰ ਤਾਂ ਚੰਗੇ ਨੂੰ ਸਜ਼ਾਵਾਂ ਸਿਰਫ ਹੁੰਦੀਆਂ ਨੇ। ਗੁਰਮੀਤ ਰਾਮ ਰਹੀਮ ਦਾ ਕੇਸ ਦੇਖੋ ਤੁਸੀਂ, ਆਪਾਂ ਚਲੋ ਉਹ ਪੁਲਿਸ ਦਾ ਕੇਸ ਹੈ, KPS ਗਿੱਲ ਦੀ ਗੱਲ ਕਰ ਰਹੇ। ਗੁਰਮੀਤ ਰਾਮ ਰਹੀਮ ਨੂੰ ਜਿਹੜਾ ਸਾਧਵੀਆਂ ਦੇ ਯੌਨ ਉਤਪੀੜਨ, ਬਲਾਤਕਾਰ ਦੇ ਮਾਮਲੇ ਦੇ ਵਿੱਚ ਜਿਹੜੀਆਂ ਸਜ਼ਾਵਾਂ ਹੋਈਆਂ ਨੇ, ਤੁਸੀਂ ਦੇਖੋ 25 ਸਾਲ ਪੁਰਾਣੇ ਕੇਸਾਂ ਦੇ ਵਿੱਚ CBI ਨੇ 15 ਸਾਲ ਬਾਅਦ ਉਹ ਕੇਸਾਂ ਦੀ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਸੀ। CBI ਨੂੰ ਉਹ ਸਾਧਵੀਆਂ, ਉਹ ਮਹਿਲਾਵਾਂ
ਪੀੜਤ ਮਹਿਲਾਵਾਂ ਲੱਭਣੀਆਂ ਔਖੀਆਂ ਸੀ, ਜਾ ਕੇ ਲੱਭੇ ਉਹਨਾਂ ਨੇ। ਫਿਰ ਉਹਨਾਂ ਦੇ ਵਿੱਚੋਂ 25-30 ਆਈ ਥਿੰਕ ਜਿੰਨੀਆਂ ਵੀ ਸੀਗੀਆਂ ਉਹ ਜਿਨ੍ਹਾਂ ਦੇ ਨਾਲ ਹੋਇਆ ਸੀ ਵਧੀਕੀ ਗੁਰਮੀਤ ਰਾਮ ਰਹੀਮ ਨੇ, ਉਹਨਾਂ ਦੇ ਵਿੱਚੋਂ ਸਿਰਫ 2 ਰੇੜੀ ਹੋਈਆਂ ਜਿਨ੍ਹਾਂ ਨੂੰ ਟਿਕਾ ਕੇ ਉਹਨਾਂ ਨੇ ਸਿਰਫ ਗਵਾਹੀ ਕਰਾਈ। ਤੁਸੀਂ ਇਮੈਜਿਨ ਕਰੋ 25 ਸਾਲ ਬਾਅਦ ਕਿਸੇ ਕੇਸ ਦੇ ਵਿੱਚ ਗਵਾਹੀ, ਸਿਰਫ ਗਵਾਹੀ ਦੇ ਬੇਸ ਉੱਤੇ, ਕੋਈ ਉੱਥੇ ਉਹਨਾਂ ਦੇ ਟੈਸਟ ਨਹੀਂ ਹੋਏ। ਕਿਉਂਕਿ ਟੈਸਟ ਕਿਵੇਂ ਹੋ ਜਾਂਦੇ, 15-15 ਸਾਲ ਪੁਰਾਣੇ ਮਾਮਲਿਆਂ ਦੇ ਵਿੱਚ ਰੇਪ ਹੋਇਆ ਸੀ, ਇਸ ਚੀਜ਼ ਨੂੰ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਕੋਰਟ 'ਚ। ਲੇਕਿਨ ਅਦਾਲਤ ਨੇ ਸਜ਼ਾਵਾਂ ਸੁਣਾਈਆਂ, ਹਾਲਾਂਕਿ ਹੇਠਲੇ ਲੈਵਲ ਦੇ। ਹੁਣ ਉਹ ਹਾਈ ਕੋਰਟ 'ਚ ਉਹਨਾਂ ਨੇ ਚੈਲੰਜ ਕਰ ਰੱਖਿਆ, ਸੁਪਰੀਮ ਕੋਰਟ ਕੀ ਹੁੰਦਾ ਨਹੀਂ ਹੁੰਦਾ ਵੀ ਡੋਂਟ ਨੋ। अभी तो पैरोल पे भी बाहर निकले हुए हैं। ਪੈਰੋਲ ਤਾਂ ਉਹਨਾਂ ਨੂੰ ਚਲੋ ਫਿਰ ਵੈਸੇ ਦਿੱਤੀ ਜਾ ਰਹੀ ਹੈ, ਲੇਕਿਨ ਅਸਲ ਦੇ ਵਿੱਚ ਉਹਨਾਂ ਦੀ ਉਮੀਦ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਹੈ ਕਿ ਸਾਨੂੰ ਉੱਥੋਂ ਮਿਲੇਗੀ, ਲੇਕਿਨ ਉਹ ਸਿਰਫ ਗਵਾਹੀ ਦੇ ਬੇਸ ਉੱਤੇ। ਯਾਨੀ ਕਿ ਇੱਕ ਜੇ ਵਿਕਟਮ ਨੇ ਕਹਿਤਾ ਵੀ ਮੇਰੇ ਨਾਲ ਇਸ ਤਰੀਕ ਨੂੰ ਇਸ ਦਿਨ ਆ ਹੋ ਰਿਹਾ ਸੀ, ਇਹ ਸੀਕੁਐਂਸ ਸੀ, ਉਹਨੂੰ ਇਨਵੈਸਟੀਗੇਸ਼ਨ ਏਜੰਸੀਆਂ ਨੇ ਫਿਰ ਨਾ ਪੀਸ ਬਾਏ ਪੀਸ ਜੋੜੀ ਤਫਤੀਸ਼, ਤੇ ਗਵਾਹੀ ਬੜਾ ਮੈਟਰ ਕਰਦੀ ਹੈ। ਸੋ ਯੂ ਡੋਂਟ ਨੀਡ ਅ ਵੀਡੀਓ ਫੁਟੇਜ ਟੂ ਪ੍ਰੂਵ ਐਨੀਥਿੰਗ। ਸੋ ਗਵਾਹੀਆਂ ਦੀ ਬੜੀ ਵੈਲਿਊ ਹੈ। ਜੇ ਗਵਾਹ ਖੜੇ ਰਹਿਣ ਤਾਂ ਬਹੁਤ ਕੁਝ ਹੋ ਸਕਦਾ, ਤੇ ਹੁੰਦਾ ਵੀ ਹੈ। ਇਹ ਚੀਜ਼ਾਂ ਗੁਰਮੀਤ ਰਾਮ ਰਹੀਮ ਦਾ ਕਲਾਸਿਕ ਕੇਸ ਹੈ ਸਾਡੇ ਸਾਹਮਣੇ, ਰੂਪਨ ਦਿਓਲ ਬਜਾਜ ਵਾਲਾ ਕੇਸ ਹੈ, KPS ਗਿੱਲ ਦਾ ਸੁਪਰ ਕੌਪ, ਇਸ ਵਕਤ ਉਹਨਾਂ ਨੂੰ ਸਜ਼ਾ ਵੀ ਸੁਣਾਏਗੀ, ਉਸ ਵਕਤ ਵੀ ਹੀ ਵਾਜ਼ ਆਈ ਥਿੰਕ ਦ DGP। ਤੇ ਸੋ ਦੋਜ਼ वर द थिंग्स। आज की इस चर्चा में जुड़ने के लिए आपका बहुत शुक्रिया जी। आप सबका भी बहुत शुक्रिया अपना कीमती वक्त हमें देने के लिए।